ਪਿਆਰੇ ਵਿਦਿਆਰਥੀਓ ਨਮਸਕਾਰ। ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਵਿੱਚ। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਪ੍ਰੀਵੀਅਸ ਈਅਰ ਕੁਐਸਚਨ ਜੋ 2021 ਦੇ ਵਿੱਚ ਨਵੰਬਰ ਦੇ ਵਿੱਚ ਇੱਕ ਪੇਪਰ ਲਿਆ ਸੀ। PSPCL ਦੁਆਰਾ ਪੇਪਰ ਲਿਆ ਗਿਆ ਸੀ 1700 ਪੋਸਟ ਵਾਸਤੇ ALM ਦਾ ਸਹਾਇਕ ਲੈਂਡਮੈਨ ਦਾ ਜਿਹੜਾ ਪੇਪਰ ਹੋਇਆ ਸੀਗਾ ਉਹਦੇ ਬਾਰੇ ਅੱਜ ਅਸੀਂ ਡਿਸਕਸ਼ਨ ਕਰਾਂਗੇ। ਉਹਦੇ ਕੁਐਸਚਨਸ ਕਿੱਦਾਂ ਦੇ ਉਹਦੇ ਅੰਦਰ ਕੁਐਸਚਨਸ ਆਏ ਸੀਗੇ, ਉਹਨਾਂ ਦੇ ਕੀ ਸੋਲੂਸ਼ਨਸ ਆਗੇ, ਕੀ ਉਹ ਟੌਪਿਕ ਮੈਂ ਪ੍ਰੋਪਰ ਇੱਕ ਕੁਐਸਚਨ ਇੱਕ ਟੌਪਿਕ ਬਣ ਕੇ ਚੱਲਾਂਗਾ। ਉਸ ਟੌਪਿਕ ਨੂੰ ਚੰਗੀ ਤਰ੍ਹਾਂ ਆਪਾਂ ਪੋਸਟਮਾਰਟਮ ਉਹਦਾ ਕਰਕੇ ਅੱਜ ਚੱਲਾਂਗੇ। ਤਾਂ ਸਟਾਰਟ ਕਰਦੇ ਹਾਂ ਰਾਜੇ, ਪਹਿਲੇ ਕੁਐਸਚਨ ਤੋਂ ਸਟਾਰਟ ਕਰਦੇ ਹਾਂਗੇ। ਸਭ ਤੋਂ ਪਹਿਲਾ ਕੁਐਸਚਨ ਹੈਗਾ ਇੱਕ 4 ਪੋਲ 4 ਇਹ ਦੇਖੋ ਇਹ ਪੰਜਾਬੀ ਦੇ ਵਿੱਚ ਆਇਆ ਸੀਗਾ ਪੇਪਰ, ਪੰਜਾਬ ਦੇ ਵਿੱਚ ਹੋਇਆ ਸੀਗਾ। ਇੰਗਲਿਸ਼ ਦੇ ਵਿੱਚ ਵੀ ਮੈਂ ਇਹਦੀ ਟ੍ਰਾਂਸਲੇਸ਼ਨ ਕਰਕੇ ਤੁਹਾਨੂੰ ਕੁਐਸਚਨ ਦੀ ਦੱਸੀ ਜਾਵਾਂਗਾ। ਤਾਂ ਜੇ ਕੋਈ ਡਿਪਲੋਮੇ ਵਾਲਾ ਬੱਚਾ ਬੈਠਾ ਹੈਗਾ ਉਹਦੇ ਵਾਸਤੇ ਵੀ ਇਹ ਜਿਹੜਾ ਪੇਪਰ ਹੈਗਾ ਉਹ ਹੈਲਪਫੁਲ ਹੋਵੇਗਾ ਕਿ ਕਿਹੜੇ ਕਿਹੜੇ ਕੁਐਸਚਨਸ ਆਏ ਸੀ। ਪਹਿਲਾ ਕੁਐਸਚਨ 4 ਪੋਲ ਵਾਲੇ ਅਲਟਰਨੇਟਰ ਵਿੱਚ 360 ਡਿਗਰੀ ਮਕੈਨੀਕਲ ਕਿੰਨੇ ਇਲੈਕਟ੍ਰੀਕਲ ਦੇ ਬਰਾਬਰ ਹੁੰਦਾ ਹੈ। ਕੀ ਤੁਹਾਡੇ ਕੋਲੇ ਇੱਕ ਅਲਟਰਨੇਟਰ ਹੈਗਾ, ਅਲਟਰਨੇਟਰ ਸਾਰਿਆਂ ਨੂੰ ਪਤਾ ਸਾਨੂੰ ਕਿ ਅਲਟਰਨੇਟਰ ਜਿਹੜਾ ਹੁੰਦਾ ਹੈਗਾ ਉਹਦੇ ਅੰਦਰਲੇ ਪਾਸੇ ਪੋਲ ਹੁੰਦੇ ਆ, 2 ਪੋਲ 4 ਪੋਲ 6 ਪੋਲ। ਉਹਦੇ ਅੰਦਰ ਜੇ 360 ਡਿਗਰੀ ਮਕੈਨੀਕਲ ਉਹ ਘੁੰਮਦਾਗਾ ਮਤਲਬ ਇਹ ਹੈਗਾ ਇੱਕ ਅਲਟਰਨੇਟਰ। ਅਲਟਰਨੇਟਰ ਮਤਲਬ ਜਿਹੜਾ ਘਰਾਂ ਦੇ ਵਿੱਚ ਇੱਕ ਜਨਰੇਟਰ ਹੁੰਦਾ ਹੈਗਾ। ਇੱਥੇ ਪਿਆਗਾ, ਮੰਨ ਲਓ ਉਹਦੇ ਅੰਦਰਲੇ ਪਾਸੇ ਜਿਹੜਾ ਰੋਟਰ ਹੈਗਾ ਉਹਦੀ ਜਿਹੜੀ ਪੋਜੀਸ਼ਨ ਆ ਗਈ ਉਹ ਇੱਥੇ ਪਈ ਆ, ਉੱਪਰਲੇ ਪਾਸੇ ਮੂੰਹ ਆ ਉਹਦਾ। ਜਦੋਂ ਉਹ ਇੱਥੋਂ ਲੈ ਕੇ ਇੱਥੇ ਤੱਕ 360 ਡਿਗਰੀ ਜਿਹੜਾ ਘੁੰਮਦਾ ਹੈਗਾ ਤਾਂ ਇਹ ਜਿਹੜੀ 360 ਡਿਗਰੀ ਘੁੰਮੇ ਸਾਡੀ ਅੱਖਾਂ ਨੂੰ ਦਿਖਿਆ ਹੈਗਾ। ਤੇ ਅੱਖਾਂ ਨੂੰ ਦਿਖਣ ਵਾਲੀਆਂ ਡਿਗਰੀਆਂ ਜਿਹੜੀਆਂ ਹੁੰਦੀਆਂ ਉਹਨੂੰ ਅਸੀਂ ਕਹਿੰਦੇ ਆ ਮਕੈਨੀਕਲ ਡਿਗਰੀਆਂ। ਪਰ ਜਿਹੜੀਆਂ ਇਸ ਮਸ਼ੀਨ ਦੀ ਅੱਖ ਨਾਲ ਜੇ ਆਪਾਂ ਦੇਖੀਏ, ਇਲੈਕਟ੍ਰੀਕਲ ਮਸ਼ੀਨ ਦੀ ਅੱਖ ਨਾਲ ਜੇ ਆਪਾਂ ਦੇਖੀਏ ਕਿ ਉਹ ਕਿੰਨੇ ਡਿਗਰੀ ਘੁੰਮਿਆ, ਉਹਨਾਂ ਡਿਗਰੀਆਂ ਨੂੰ ਕਿਹਾ ਜਾਂਦਾ ਹੈਗਾ ਇਲੈਕਟ੍ਰੀਕਲ ਡਿਗਰੀਆਂ ਜਾਂ ਇਲੈਕਟ੍ਰੀਕਲ ਐਂਗਲ। ਇਸ ਵਾਸਤੇ ਤੁਹਾਨੂੰ ਇੱਕ ਛੋਟਾ ਜਿਹਾ ਫਾਰਮੂਲਾ ਯਾਦ ਕਰਨਾ ਪਏਗਾ। ਉਹ ਯਾਦ ਕਰਨ ਦਾ ਦੇਖੋ ਮੈਂ ਤੁਹਾਨੂੰ ਲਿਖਣ ਲੱਗਿਆ ਕਿ ਜੇ ਕਦੇ ਵੀ ਤੁਹਾਨੂੰ ਪੁੱਛ ਲਵੇ ਵੀ ਐਂਗਲ ਕਹਿ ਲਓ ਚਾਹੇ ਇਲੈਕਟ੍ਰੀਕਲ ਡਿਗਰੀ ਕਹਿ ਲਓ, ਵੀ ਜੇ ਇਲੈਕਟ੍ਰੀਕਲ ਡਿਗਰੀ ਤੁਸੀਂ ਕੱਢਣੀ ਆ ਉਹ ਕੀ ਹੋਏਗੀ, ਉਹ ਹੋਏਗੀ ਵੀ ਜਿੰਨੇ ਤੁਹਾਨੂੰ ਪੋਲ ਦਿੱਤੇ ਹੈਗੇ ਉਹਨਾਂ ਨੂੰ ਪਹਿਲਾਂ ਤਾਂ 2 ਦੇ ਨਾਲ ਡਿਵਾਈਡ ਕਰ ਲਓ, ਫਿਰ ਗੁਣਾ ਕਰ ਲਓ ਜਿੰਨੀਆਂ ਤੁਹਾਨੂੰ ਮਕੈਨੀਕਲ ਡਿਗਰੀਆਂ ਦਿੱਤੀਆਂ ਹੋਈਆਂ, ਜਿੰਨਾ ਤੁਹਾਨੂੰ ਮਕੈਨੀਕਲ ਐਂਗਲ ਦਿੱਤਾ ਹੋਇਆਗਾ, ਮਕੈਨੀਕਲ ਐਂਗਲ ਦਿੱਤਾ ਹੋਇਆਗਾ। ਬਸ ਆ ਛੋਟਾ ਜਿਹਾ ਫਾਰਮੂਲਾ ਤੇ ਤੁਹਾਡਾ ਆਨਸਰ ਤੁਹਾਡੇ ਸਾਹਮਣੇ ਹੋਵੇਗਾ। ਹੁਣ ਇਹਨੇ ਕਿੰਨੇ ਕਿਹਾ ਹੈਗਾ, 4 ਪੋਲ ਕਿਹਾ। ਇਹਦਾ ਮਤਲਬ ਇਸ ਕੁਐਸਚਨ ਵਾਸਤੇ ਜੋ ਸਾਡਾ P ਹੈਗਾ ਇਸ ਫਾਰਮੂਲੇ ਦੇ ਵਿੱਚ ਭਰਿਆ ਜਾਣ ਵਾਲਾ P ਆ ਉਹ ਸਾਡਾ ਕਿੰਨਾ ਆ ਗਿਆ, ਉਹ 4 ਆ ਗਿਆ। ਤਾਂ P ਦੀ ਥਾਂ ਤੇ ਅਸੀਂ 4 ਭਰ ਦਿੰਦੇ ਆਂਗੇ, ਇੱਥੇ ਆਪਾਂ ਹੇਠਾਂ ਭਰ ਲੈਣੇ 4/2 ਤਾਂ ਉਦਾਂ ਹੀ ਰੱਖਿਆ ਗਿਆ, ਠੀਕ ਹੈ ਜੀ। ਮਲਟੀਪਲਾਈ ਵੇ ਐਂਗਲ ਕਿੰਨੇ ਦਿੱਤੇ ਨੇ, ਮਕੈਨੀਕਲ ਐਂਗਲ ਕਿੰਨਾ ਦਿੱਤਾ, ਡਿਗਰੀ ਕਿੰਨੀ ਦਿੱਤੀ ਹੈ 360 360। ਲਓ ਜੀ ਇਹਨੂੰ 2 ਨਾਲ ਕੱਟਿਆ ਆਪਾਂ 2 ਆ ਗਿਆ, ਗੁਣਾ ਕਰਾਂਗੇ ਤਾਂ ਟੋਟਲ ਸਾਡੇ ਕੋਲੇ ਕਿੰਨਾ ਆ ਜਾਏਗਾ, ਤਾਂ ਆਨਸਰ ਬਣੇਗਾ ਤੁਹਾਡਾ 720 ਬਣੇਗਾ। ਤਾਂ ਆ ਸਾਡਾ ਜਿਹੜਾ ਆਨਸਰ ਹੈਗਾ ਇਹ ਸਹੀ ਹੈਗਾ। ਕਲੀਅਰ ਹੋ ਗਈ ਜੀ ਗੱਲ। ਇਹਦੇ ਨਾਲ ਹੀ ਇੱਕ ਕੁਐਸਚਨ ਉਹ ਬਹੁਤ ਵਾਰ ਪੁੱਛਦਾਗਾ, ਇਹ ਤਾਂ ਕੁਐਸਚਨ ਸੋਲਵ ਹੋ ਗਿਆ, ਜ਼ਰੂਰੀ ਨਹੀਂ ਹੈਗਾ ਹਰ ਵਾਰੀ ਇਹੀ ਪੇਪਰ ਦੇ ਵਿੱਚ ਕੁਐਸਚਨ ਆਵੇਗਾ। ਕਈ ਵਾਰੀ ਕਿਹੋ ਜਿਹਾ ਕੁਐਸਚਨ ਆਵੇ ਜਿਹਦੇ ਵਿੱਚ ਫਾਰਮੂਲੇ ਵਿੱਚ ਤੁਹਾਨੂੰ ਪੁੱਟ ਨਹੀਂ ਹੋਣਾ ਹੈਗਾ ਵੀ ਅਸੀਂ ਕੀ ਭਰੀਏ। ਮੰਨ ਲਓ ਉਹਨੇ ਕਹਿਤਾ, ਮੈਂ ਦੂਜਾ ਕੁਐਸਚਨ ਪੁੱਛਣ ਲੱਗਿਆ ਤੁਹਾਨੂੰ ਵੀ ਕਿੰਨੇ ਪੋਲਾਂ ਦੀ ਮਸ਼ੀਨ ਵਾਸਤੇ ਇਲੈਕਟ੍ਰੀਕਲ ਡਿਗਰੀ ਤੇ ਮਕੈਨੀਕਲ ਡਿਗਰੀ ਤੇ ਇਲੈਕਟ੍ਰੀਕਲ ਡਿਗਰੀ ਬਰਾਬਰ ਹੁੰਦੇ ਹੈਗੇ। ਮੰਨ ਲਓ ਇਹ ਕਹਿਤਾ, ਠੀਕ ਹੈ, ਇਲੈਕਟ੍ਰੀਕਲ ਡਿਗਰੀ ਤੇ ਮਕੈਨੀਕਲ ਡਿਗਰੀ ਬਰਾਬਰ ਹੁੰਦੇ ਹੈਗੇ। ਤਾਂ ਉਸ ਉਦੋਂ ਤਾਂ ਤੁਹਾਨੂੰ ਪਤਾ ਹੀ ਨਹੀਂ ਹੈਗਾ P ਦੀ ਵੈਲਿਊ ਅਸੀਂ ਭਰਨੀ ਕਿੰਨੀ ਆ। ਇਹਦਾ ਮਤਲਬ ਉਦੋਂ ਅਸੀਂ ਕੀ ਕਰਨਾ, ਉਦੋਂ ਅਸੀਂ P ਕੱਢਣਾਗਾ। ਤਾਂ ਆਹ ਫਾਰਮੂਲੇ ਨੂੰ ਧਿਆਨ ਨਾਲ ਦੇਖੋ, ਇਹ ਫਾਰਮੂਲੇ ਦੇ ਵਿੱਚ ਅਸੀਂ ਕੀ ਭਰਾਂਗੇ ਵੀ ਆਹ ਤੁਹਾਡਾ ਸਾਰਾ ਕੁਝ ਆਹ ਇਲੈਕਟ੍ਰੀਕਲ ਡਿਗਰੀ ਤੇ ਮਕੈਨੀਕਲ ਡਿਗਰੀ ਬਰਾਬਰ ਹੋਵੇ, ਜਾਂ ਤਾਂ ਇਹਨੂੰ ਮਾਰ ਲਓ ਰੱਟਾ, ਨਹੀਂ ਤੁਹਾਨੂੰ ਮੈਂ ਫਾਰਮੂਲੇ 'ਚ ਪੁੱਟ ਕਰਕੇ ਵੀ ਦੱਸ ਦਿੰਨਾਗਾ। ਤਾਂ ਇਹਦਾ ਜਿਹੜਾ ਆਨਸਰ ਹੁੰਦਾ ਨਾ ਜੀ ਹੁੰਦਾ ਵੀ ਜੇ 2 ਪੋਲ ਦੀ ਕੋਈ ਮਸ਼ੀਨ ਹੋਵੇ, 2 ਪੋਲ ਦੀ ਮਸ਼ੀਨ ਵਾਸਤੇ ਇਲੈਕਟ੍ਰੀਕਲ ਡਿਗਰੀ ਤੇ ਮਕੈਨੀਕਲ ਡਿਗਰੀ ਸਾਡੀ ਬਰਾਬਰ ਹੁੰਦੀ ਹੈਗੀ, ਇਲੈਕਟ੍ਰੀਕਲ ਡਿਗਰੀ ਤੇ ਮਕੈਨੀਕਲ ਡਿਗਰੀ ਸਾਡੀ ਬਰਾਬਰ ਹੁੰਦੀ ਹੈਗੀ। ਇਹ ਗੱਲ ਯਾਦ ਰਹਿ ਜੇਗੀ, ਇਲੈਕਟ੍ਰੀਕਲ ਡਿਗਰੀ ਇਜ਼ ਇਕੁਅਲ ਟੂ ਮਕੈਨੀਕਲ ਡਿਗਰੀ ਹੁੰਦਾ। ਇਹਨੂੰ ਯਾਦ ਰੱਖ ਲਓ, ਪੇਪਰ ਦੇ ਵਿੱਚ ਬਹੁਤ ਵਾਰੀ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ। ਇਹ ਫਾਰਮੂਲੇ ਦੇ ਵਿੱਚ ਆਪਾਂ ਪੁੱਟ ਕਰਕੇ ਦੇਖਦੇ ਆਂਗੇ ਵੀ ਇਲੈਕਟ੍ਰੀਕਲ ਡਿਗਰੀ ਆਪਾਂ ਮੰਨ ਲਓ ਕੱਢਣੀ ਆ ਤਾਂ ਆਪਾਂ ਕੀ ਭਰਦੇ, 2 ਦੀ ਥਾਂ ਤੇ ਪੋਲ ਕਿੰਨੇ ਸਾਡੇ 2 ਆ ਨਾ, 2/2 ਗੁਣਾ ਸਾਨੂੰ ਦਿੱਤੇ ਹੋਏ ਸੀ ਮੰਨ ਲਓ 360 ਡਿਗਰੀਆਂ, ਅਸੀਂ ਆਪਾਂ ਇੱਥੇ ਭਰਦੇ 360। ਆਹ 2 ਨਾਲ 2 ਕੱਟਿਆ ਜਾਂਦਾ, ਸਾਡੇ ਕੋਲ ਇਲੈਕਟ੍ਰੀਕਲ ਡਿਗਰੀਆਂ ਕਿੰਨੀਆਂ ਆਉਂਦੀਆਂ 360 ਹੀ ਆ ਜਾਂਦੀਆਂ। ਮਤਲਬ ਕੀ ਆ ਬੱਚੇ, ਮਤਲਬ ਇਹ ਹੈਗਾ ਕਿ 2 ਪੋਲ ਦੀ ਮਸ਼ੀਨ ਵਾਸਤੇ ਜਦੋਂ ਅਸੀਂ ਪੋਲਾਂ ਦੀ ਥਾਂ ਤੇ 2 ਭਰਾਂਗੇ ਉਸ ਵੇਲੇ ਇਲੈਕਟ੍ਰੀਕਲ ਡਿਗਰੀ ਤੇ ਮਕੈਨੀਕਲ ਡਿਗਰੀ ਕਿਸੇ ਵੀ ਮਸ਼ੀਨ ਦੇ ਵਿੱਚ ਬਰਾਬਰ ਹੁੰਦੇ ਆ। ਕਲੀਅਰ ਹੋ ਗਈ ਜੀ ਗੱਲ ਇਹ। ਚਲੋ ਨੈਕਸਟ ਕੁਐਸਚਨ ਵੱਲ ਵਧਦੇ ਆਂਗੇ ਆਪਾਂ। ਨੈਕਸਟ ਕੁਐਸਚਨ ਦੇਖੋ ਕੀ ਆ। ਅਗਲਾ ਕੁਐਸਚਨ ਦੇਖੋ ਬੱਚੇ, ਜੇਕਰ ਸਪਲਾਈ ਫ੍ਰੀਕੁਐਂਸੀ 50 ਹਰਟਸ ਹੈ, ਪਹਿਲਾਂ ਤੁਹਾਨੂੰ ਯਾਦ ਰੱਖਣਾ ਪਊਗਾ ਬੱਚੇ ਕਿ ਜਦੋਂ ਫ੍ਰੀਕੁਐਂਸੀ ਦੀ ਗੱਲ ਕਰੂਗਾ
ਫ੍ਰੀਕੁਐਂਸੀ ਨੂੰ ਆਪਾਂ ਹਮੇਸ਼ਾ ਐਫ ਦੇ ਨਾਲ ਡਿਨੋਟ ਕਰਦੇ ਹੁੰਦੇ ਹਾਂ। ਜਦੋਂ ਵੀ ਨਿਊਮੈਰੀਕਲ ਸੋਲਵ ਕਰ ਰਹੇ ਹੋਣ, ਜਿੰਨਾ ਕੁ ਤੁਹਾਨੂੰ ਦੱਸੀ ਜਾਵੇ ਉਹਨਾਂ ਕੁ ਤੁਸੀਂ ਲਿਖੀ ਜਾਓ। ਉਹਨੇ ਕਹਿਤਾ 50 ਹਰਟਜ਼, ਅਸੀਂ ਲਿਖ ਲਿਆ ਵੀ ਐਫ ਦੀ ਵੈਲਿਊ ਇੱਥੇ 50 ਆ ਗਈ। ਪੋਲ ਆ ਜਿਹੜੇ ਉਹ ਦਿੱਤੇ ਹੋਏ ਨੇ, ਕਿਹਾਗਾ ਵੀ ਕਿੰਨੇ ਨੇ ਪੋਲ, 6 ਪੋਲ ਨੇ। ਤਾਂ ਇੰਡਕਸ਼ਨ ਮੋਟਰ ਦੀ ਸਮਕਾਲੀ ਚਾਲ ਪਤਾ ਕਰੋ। ਸਮਕਾਲੀ ਚਾਲ ਕੀ ਹੁੰਦੀ ਆ? ਸਮਕਾਲੀ ਚਾਲ ਨੂੰ ਇੰਗਲਿਸ਼ ਦੇ ਵਿੱਚ ਅਸੀਂ ਕਹਿੰਦੇ ਆ ਸਿੰਕਰੋਨਸ ਸਪੀਡ। ਸਿੰਕਰੋਨਸ ਸਪੀਡ, ਸਿੰਕਰੋਨਸ ਸਪੀਡ। ਇਹਦਾ ਵੀ ਇੱਕ ਫਾਰਮੂਲਾ ਛੋਟਾ ਜਿਹਾ, ਇਹ ਤਾਂ ਸਾਰਿਆਂ ਨੂੰ ਲਗਭਗ ਪਤਾ ਹੀ ਹੋਏਗਾ, ਉਹ ਮੈਂ ਤੁਹਾਨੂੰ ਦੱਸ ਦਿੰਦਾ ਇੱਥੇ। ਸਿੰਕਰੋਨਸ ਸਪੀਡ ਨੂੰ ਅਸੀਂ ਲਿਖਦੇ ਹਾਂ NS ਦੇ ਨਾਲ। ਉਹਦਾ ਫਾਰਮੂਲਾ ਹੈਗਾ 120 ਗੁਣਾ F/P। ਇਹ ਇਹਦਾ ਫਾਰਮੂਲਾ ਹੈਗਾ। ਹੁਣ ਤੁਸੀਂ ਇਹ ਜੇ ਛੋਟਾ ਜਿਹਾ ਫਾਰਮੂਲਾ ਸਾਨੂੰ ਆਉਂਦਾ ਗਾ, ਇਹ ਕਾਹਦਾ ਫਾਰਮੂਲਾ ਹੈਗਾ? ਸਮਕਾਲੀ ਸਪੀਡ ਦਾ, ਜਾਂ ਕਹਿ ਲਓ ਇਹ ਕਾਹਦਾ ਫਾਰਮੂਲਾ ਹੈਗਾ? ਸਿੰਕਰੋਨਸ ਸਪੀਡ ਦਾ। ਚਾਹੇ ਇਹ ਇੰਡਕਸ਼ਨ ਮੋਟਰ ਵਾਸਤੇ ਪੁੱਛ ਲੈ, ਚਾਹੇ ਇਹ ਸਿੰਕਰੋਨਸ ਮੋਟਰ ਵਾਸਤੇ ਪੁੱਛ ਲੈ, ਫਾਰਮੂਲਾ ਸਾਡਾ ਸੇਮ ਹੋਏਗਾ। ਤਾਂ ਅਸੀਂ ਕੱਢਣੀ ਆਹ ਗਈ, ਅਸੀਂ ਕੀ ਕਰਨਾ? 120 ਨੂੰ ਗੁਣਾ ਕਰਨਾ, 120 ਨੂੰ ਗੁਣਾ ਕਰਨਾ ਫ੍ਰੀਕੁਐਂਸੀ ਨਾਲ। ਜਿਹੜੀ ਫ੍ਰੀਕੁਐਂਸੀ ਜਿਹੜੀ ਦਿੱਤੀ ਹੋਈ ਹੈ, ਕਿੰਨੀ ਦਿੱਤੀ ਹੋਈ ਹੈ ਜੀ? ਆ ਸੀਗੀ, ਇਹੀ ਹੈ ਨਾ। ਇਹ 50 ਭਰਤਾ ਸੀ, ਨੀਚੇ ਅਸੀਂ ਡਿਵਾਈਡ ਕੀਤਾ ਗਾ ਇਹਨਾਂ ਬੱਚੇ ਪੋਲਾਂ ਨਾਲ। ਪੋਲ ਕਿੰਨੇ ਹੈਗੇ? 6 ਆ। ਤਾਂ ਇੱਥੋਂ ਤੁਸੀਂ ਕਰਕੇ ਦੇਖ ਲਓ, 6 ਨੂੰ ਜੇ ਆਪਾਂ ਇੱਧਰ ਕੱਟ ਲਓ, ਇਹਨੂੰ 20 ਆ ਜਾਊਗਾ। 20 ਨੂੰ ਇਹਨੂੰ 50 ਨਾਲ ਮਲਟੀਪਲਾਈ ਕਰਾਂਗੇ, ਸਾਡੇ ਕੋਲ ਕਿੰਨੀ ਆ ਜਾਊਗੀ ਸਪੀਡ? 1000 RPM। RPM ਮੀਨਸ ਰੋਟੇਸ਼ਨ ਪਰ ਮਿੰਟ, ਵੀ 1 ਮਿੰਟ ਦੇ ਵਿੱਚ ਕਿੰਨੇ ਰੋਟੇਸ਼ਨਸ ਪੈਦਾ ਹੁੰਦੇ ਨੇ। ਕਲੀਅਰ ਹੋ ਗਈ ਜੀ ਗੱਲ ਇਹ? ਚਲੋ ਅੱਗੇ ਚਲੋ। ਤਾਂ ਇਹ ਸਿੰਕਰੋਨਸ ਸਪੀਡ ਦਾ ਫਾਰਮੂਲਾ ਸੀਗਾ ਜੀ, ਇਹਨੂੰ ਯਾਦ ਰੱਖਣਾ। ਚਾਹੇ ਸਿੰਕਰੋਨਸ ਸਪੀਡ ਕਹਿ ਦੇਵੇ, ਚਾਹੇ ਉਹ ਸਮਕਾਲੀ ਸਪੀਡ ਕਹਿ ਦੇਵੇ, ਦੋਨੇ ਚੀਜ਼ਾਂ ਇੱਕੋ ਹੀ ਦੇ ਨਾਮ ਨੇ। ਠੀਕ ਹੈ ਜੀ, ਚਲੋ। ਸੰਤੁਲਿਤ ਡੈਲਟਾ ਕਨੈਕਸ਼ਨ ਲਈ, ਡੈਲਟਾ ਕਨੈਕਸ਼ਨ ਲਈ ਦੇਖੋ ਜੀ, ਉਹ ਗੱਲ ਕਰ ਰਿਹਾ ਡੈਲਟਾ ਕਨੈਕਸ਼ਨ ਦੀ। ਵੋਲਟੇਜ, ਲਾਈਨ ਵੋਲਟੇਜ ਤੇ ਫੇਸ ਵੋਲਟੇਜ ਦਾ ਅਨੁਪਾਤ ਪਤਾ ਕਰੋ। ਕੁਐਸਚਨ ਤਾਂ ਸੋਲਵ ਹੋ ਹੀ ਜਾਏਗਾ। ਉਸ ਤੋਂ ਪਹਿਲਾਂ ਮੈਂ ਥੋੜੀ ਤੁਹਾਨੂੰ ਚਾਨਣਾ ਪਾ ਦਾਂ ਕਿ ਲਾਈਨ ਵੋਲਟੇਜ ਕੀ ਹੁੰਦੀ ਹੈਗੀ ਤੇ ਫੇਸ ਵੋਲਟੇਜ ਕੀ ਹੁੰਦੀ ਹੈ। ਮੰਨ ਲਓ, ਡੈਲਟਾ ਦੀ ਗੱਲ ਬਾਅਦ ਚੋਂ ਕਰਾਂਗੇ ਆਪਾਂ। ਮੰਨ ਲਓ ਆਪਣੇ ਕੋਲੇ ਨਾ ਇਦਾਂ ਦੇ ਕਨੈਕਸ਼ਨ ਨੇ, ਜਿਹੜੇ ਸਟਾਰ ਕਨੈਕਸ਼ਨ ਆਪਣੇ ਹੁੰਦੇ ਜਨਰਲੀ, ਜਿਹੜੇ ਘਰਾਂ ਦੇ ਵਿੱਚ ਆਪਣੇ ਟਰਾਂਸਫਾਰਮਰ ਲੱਗੇ ਹੋਏ ਨਾ, ਉਹਦੀ ਜਿਹੜੀ ਐਲਟੀ ਸਾਈਡ ਹੁੰਦੀ ਆ ਉਹ ਸਟਾਰ ਹੁੰਦੀ ਆ। ਮੰਨ ਲਓ ਆ ਤੁਹਾਡੇ ਕੋਲੇ ਇੱਕ ਸਟਾਰ ਆ। ਜਦੋਂ ਰਾਜੇ ਆਹ ਤਾਰ, ਆ ਹੈਗੀ ਆ ਆਰ ਫੇਸ, ਆ ਹੈਗਾ ਵਾਈ ਫੇਸ ਤੇ ਆ ਹੈਗਾ ਬੀ ਫੇਸ। ਅੱਜ ਬਹੁਤ ਕੁਝ ਸਿਖਾ ਕੇ ਜਾਊਂਗਾ ਤੁਹਾਨੂੰ ਮੈਂ। ਜਦੋਂ ਤੁਸੀਂ ਇੱਕ ਵੋਲਟ ਮੀਟਰ ਲਗਾਵੋਗੇ ਇਸ ਤਾਰ ਤੋਂ ਲੈ ਕੇ ਇਸ ਤਾਰ ਤੱਕ, ਤਾਂ ਇੱਥੇ ਜਿਹੜੀ ਤੁਹਾਡੀ ਆਏਗੀ ਵੋਲਟੇਜ, ਉਹ ਹੋਏਗੀ ਲਾਈਨ ਵੋਲਟੇਜ। ਜਿਹੜੀ ਆ ਪੁੱਛ ਰਿਹਾ ਉਹ ਹੋਏਗੀ ਲਾਈਨ ਵੋਲਟੇਜ। ਲਾਈਨ ਵੋਲਟੇਜ ਹੋਏਗੀ ਜਦੋਂ ਦੋ ਲਾਈਨਾਂ ਦੇ ਵਿਚਕਾਰ ਅਸੀਂ ਇੱਕ ਵੋਲਟ ਮੀਟਰ ਲਗਾਵਾਂਗੇ। ਆ ਜਿਹੜਾ ਪੁਆਇੰਟ ਹੁੰਦਾ, ਇਹ ਹੁੰਦਾ ਕਾਮਨ। ਇਹਨੂੰ ਅਸੀਂ ਕਹਿੰਦੇ ਆਗੇ ਵੀ ਅਰਥ ਹੈਗਾ ਇਹ ਜਾਂ ਨਿਊਟਰਲ ਹੈਗਾ, ਹਨਾ। ਤੇ ਜੇ ਅਸੀਂ ਇੱਕ ਨਿਊਟਰਲ ਨਾਲ ਤੇ ਇੱਕ ਫੇਸ ਨਾਲ, ਸੌਰੀ ਫੇਸ ਨਾਲ ਕਹਿ ਲਓ ਚਾਹੇ ਲਾਈਨ ਨਾਲ ਕਹਿ ਲਓ, ਇੱਥੇ ਅਸੀਂ ਵੋਲਟ ਮੀਟਰ ਲਗਾਵਾਂਗੇ ਤਾਂ ਇਹ ਦੇਊਗਾ ਸਾਨੂੰ ਫੇਸ ਵੋਲਟੇਜ। ਪਤਾ ਲੱਗ ਗਿਆ ਜੀ? ਫੇਸ ਵੋਲਟੇਜ ਤੇ ਲਾਈਨ ਵੋਲਟੇਜ ਦਾ ਪਤਾ ਲੱਗ ਗਿਆ। ਹੁਣ ਇਹ ਤਾਂ ਸੀਗਾ ਸਟਾਰ, ਉਹਨੇ ਪੁੱਛਿਆ ਡੈਲਟਾ। ਡੈਲਟਾ ਇਦਾਂ ਹੁੰਦਾ ਹੈਗਾ, ਟ੍ਰਾਇੰਗਲ ਜਿਹਾ ਹੁੰਦਾ ਇਦਾਂ। ਆਹ ਇਹ ਹੈਗਾ ਡੈਲਟਾ। ਆ 3 ਤਾਰਾਂ ਹੋ ਗਈਆਂ ਇਹਦੀਆਂ। ਚਾਹੇ ਆਪਾਂ ਲਗਾ ਲਈਏ ਇੱਥੇ ਵੋਲਟ ਮੀਟਰ, ਜੇ ਇੱਥੇ ਲਗਾਇਆ ਇਹਨੂੰ ਕਿਹੜੀ ਵੋਲਟੇਜ ਕਵਾਂਗੇ ਆਪਾਂ? ਲਾਈਨ ਵੋਲਟੇਜ, ਕਿਉਂਕਿ ਇਹ 2 ਤਾਰਾਂ ਦੇ ਵਿਚਕਾਰ ਲਾਈ ਹੈਗੀ ਜਿਹੜੀ ਬਾਹਰੋਂ ਆ ਰਹੀਆਂ ਨੇਗੀਆਂ। ਚਾਹੇ ਜਿਹੜੀ ਆ ਵਾਈਂਡਿੰਗ ਹੈਗੀ ਇੱਥੇ ਲਗਾ ਲਈਏ ਆਪਾਂ, ਇਹ ਜੇ ਇਹ ਕਵਾਂਗੇ, ਇਹਨੂੰ ਆਪਾਂ ਕਵਾਂਗੇ ਫੇਸ ਵੋਲਟੇਜ। ਤਾਂ ਦੇਖਿਆ ਜਾਵੇ ਦੋਨੇ ਆਹ ਲਾਈਨ ਵੋਲਟੇਜ ਤੇ ਫੇਸ ਵੋਲਟੇਜ, ਦੇਖੋ ਇਹ ਦੋਨੇ ਇੱਥੇ ਤਾਂ ਜੁੜੀਆਂ ਹੋਈਆਂ ਨੇ। ਆ ਦੋ ਆਹ ਇਧਰ ਏ ਤੇ ਬੀ, ਜਿਹਨੂੰ ਆਪਾਂ ਮੰਨ ਲਈਏ ਇੱਥੇ ਤਾਂ ਇਹ ਜੁੜੇ ਹੋਏ ਨੇਗੇ, ਤੇ ਦੋਨੇ ਤਾਂ ਜਿਹੜੇ ਕਨੈਕਸ਼ਨ ਨੇ ਉਹ ਇੱਕੋ ਹੀ ਕਨੈਕਸ਼ਨ ਤਾਂ ਹੈਗੇ ਨੇਗੇ। ਇਹਦਾ ਮਤਲਬ ਲਾਈਨ ਵੋਲਟੇਜ ਤੇ ਫੇਸ ਵੋਲਟੇਜ ਜਿਹੜੀ ਉਹ ਬਰਾਬਰ ਹੁੰਦੀ ਆ। ਕਿਹਦੇ ਵਿੱਚ ਬਰਾਬਰ ਹੁੰਦੀ ਹੈਗੀ? ਡੈਲਟਾ ਦੇ ਵਿੱਚ। ਤਾਂ ਬਰਾਬਰ ਹੋਣ ਦਾ ਅਨੁਪਾਤ ਕਿੰਨਾ ਹੁੰਦਾ ਗਾ? 1। ਹਾਂ, ਜੇ ਸਾਨੂੰ ਉਹ ਪੁੱਛ ਲੈਂਦਾ ਕਰੰਟ, ਤਾਂ ਫਿਰ ਕੀ ਹੋਣਾ ਸੀਗਾ? ਫਿਰ ਤੁਹਾਨੂੰ ਮੈਂ ਦੱਸ ਦਿੰਦਾ ਗਾ ਫਿਰ ਕੀ ਹੋਣਾ ਸੀਗਾ। ਦੇਖੋ, ਮੰਨ ਲਓ ਆ ਤੁਹਾਡੇ ਕੋਲੇ ਹੈਗਾ ਡੈਲਟਾ, ਇਹਦੇ ਨਾਲ ਨਾਲ ਆਪਾਂ ਹੋਰ ਵੀ ਤਾਂ ਕੁਐਸਚਨ ਕਰ ਰਹੇ ਆ ਨਾ, ਜ਼ਰੂਰੀ ਤਾਂ ਨਹੀਂ ਇਹੀ ਪੇਪਰ ਦੇ ਵਿੱਚ ਆਏਗਾ। ਧਿਆਨ ਨਾਲ ਸੁਣਿਓ ਜੀ। ਮੰਨ ਲਓ ਸਾਡੇ ਕੋਲੇ ਇੱਕ ਐਮੀਟਰ ਲਗਾਇਆ ਸੀ, ਇੱਥੇ ਐਮੀਟਰ ਲਗਾ ਲਿਆ। ਇਹ ਹੈਗਾ ਲਾਈਨ ਕਰੰਟ, ਲਾਈਨ ਵੱਲੋਂ ਆ ਰਿਹਾ ਨਾ, ਲਾਈਨਾਂ ਨੇਗੀਆਂ ਸਾਡੀਆਂ, ਆਰ ਲਾਈਨ, ਆਰ ਫੇਸ, ਆ ਵਾਈ ਫੇਸ, ਆ ਬੀ ਫੇਸ। ਜਿਹੜਾ ਇੱਥੇ ਕਰੰਟ ਅਸੀਂ ਦੇਖਾਂਗੇ ਉਹ ਕਰੰਟ ਹੋਏਗਾ ਸਾਡਾ ਲਾਈਨ ਕਰੰਟ। ਪਰ ਜਦੋਂ ਇਹ ਕਰੰਟ ਇੱਥੇ ਚਲਾ ਜਾਵੇਗਾ, ਉਦੋਂ ਬਾਅਦ ਇਹ ਵੰਡਿਆ ਜਾਵੇਗਾ ਇੱਕ ਅੱਧਾ, ਕੁਛ ਕਰੰਟ ਇੱਧਰ ਕੁਛ ਕਰੰਟ ਇੱਧਰ।
ਤਾਂ ਜਿਹੜਾ ਇਸ ਵਾਈਂਡਿੰਗ ਦੇ ਅੰਦਰ ਕਰੰਟ ਅੰਦਰ ਇੱਥੇ ਜਾਵੇਗਾ ਸਾਡਾ, ਇਸ ਨੂੰ ਆਪਾਂ ਕਵਾਂਗੇ ਫੇਸ ਕਰੰਟ, IPH ਫੇਸ ਕਰੰਟ। ਬਾਹਰੋਂ ਜਿਹੜਾ ਆ ਰਿਹਾ ਹੈਗਾ ਉਹ ਲਾਈਨ ਕਰੰਟ ਆ, ਜਿਹੜਾ ਅੰਦਰ ਆ ਰਿਹਾ ਫੇਸ ਕਰੰਟ ਆ। ਹੁਣ ਇੱਕ ਛੋਟੀ ਗੱਲ ਦੱਸੋ, ਬਾਹਰਲਾ ਵੱਡਾ ਹੋਊਗਾ ਕਿ ਅੰਦਰਲਾ ਵੱਡਾ ਹੋਊਗਾ? ਆਬਵੀਅਸਲੀ ਬਾਹਰਲਾ ਵੱਡਾ ਹੋਊਗਾ, ਕਿਉਂਕਿ ਬਾਹਰੋਂ ਵਾਧਾ ਆਊਗਾ, ਅੰਦਰ ਜਾ ਕੇ ਤਾਂ ਉਹ ਵੰਡਿਆ ਜਾਊਗਾ। ਤਾਂ ਲਾਈਨ ਕਰੰਟ ਵੱਡਾ ਹੁੰਦਾ, ਫੇਸ ਕਰੰਟ ਛੋਟਾ ਹੁੰਦਾ। ਅਨੁਪਾਤ ਕਿੰਨਾ ਹੁੰਦਾ ਹੈਗਾ? ਜੇ ਅਸੀਂ ਫੇਸ ਕਰੰਟ ਨੂੰ ਗੁਣਾ ਕਰ ਦਈਏ √3 ਨਾਲ ਤਾਂ ਉਹ ਬਣ ਜਾਂਦਾ ਹੁੰਦਾ ਹੈਗਾ ਲਾਈਨ ਕਰੰਟ। ਤੇ √3 ਦੀ ਕਿੰਨੀ ਹੁੰਦੀ ਹੈ ਵੈਲਿਊ? 1.732। ਕਲੀਅਰ ਹੋ ਗਈ ਜੀ ਗੱਲ? 1.732। ਮਤਲਬ ਕੀ ਆ, ਜੇ ਇਹੀ ਕੁਐਸਚਨ ਸਾਨੂੰ ਪੁੱਛ ਲੈਂਦਾ ਉਹ ਕਾਹਦੇ ਵਾਸਤੇ, ਫੇਸ ਵੋਲਟੇਜ ਤੇ ਲਾਈਨ ਵੋਲਟੇਜ ਦੀ ਥਾਂ ਤੇ ਉਹ ਪੁੱਛ ਲੈਂਦਾ ਹੈ ਫੇਸ ਕਰੰਟ ਤੇ ਲਾਈਨ ਕਰੰਟ, ਤਾਂ ਉਹਦਾ ਅਨੁਪਾਤ ਕੀ ਹੋਣਾ ਸੀਗਾ? ਆ ਦੇਖੋ, ਆ ਪਿਆ। ਕਲੀਅਰ ਹੋ ਗਈ ਜੀ ਗੱਲ? ਉਹ ਡਿਪੈਂਡ ਕਰਦਾ ਵੀ ਉਹਨੇ ਉੱਪਰ ਕੀ ਪੁੱਛਿਆ। ਉੱਪਰ ਉਹਨੇ ਕੀ ਪੁੱਛਿਆ ਸੀਗਾ? ਡੈਲਟਾ ਕਨੈਕਸ਼ਨ ਲਈ ਲਾਈਨ ਵੋਲਟੇਜ, ਮਤਲਬ ਉਹ ਉੱਪਰ ਕਹਿ ਰਿਹਾ ਸੀ ਲਾਈਨ ਵੋਲਟੇਜ ਰੱਖੋ, ਹੇਠਾਂ ਕਹਿ ਰਿਹਾ ਸੀ ਉਹ ਫੇਸ ਵੋਲਟੇਜ ਰੱਖੋ। ਹੁਣ ਜਿੰਨੀ ਫਿਰ ਲਾਈਨ ਵੋਲਟੇਜ ਆ ਮੰਨ ਲਓ 20 ਹੈਗੀ, ਉਨੀ ਤਾਂ ਸਾਡੀ ਕੀ ਹੈਗੀ? ਉਨੀ ਫੇਸ ਵੋਲਟੇਜ ਦਾ, ਮਤਲਬ ਅਨੁਪਾਤ ਕਿੰਨਾ? 1। ਤੇ ਜੇ ਆਪਾਂ ਦੇਖੀਏ ਲਾਈਨ ਕਰੰਟ, ਦੇਖੋ ਲਾਈਨ ਕਰੰਟ ਉੱਥੇ ਮੰਨ ਲਓ ਸਾਡੇ ਕੋਲੇ ਲਾਈਨ ਕਰੰਟ ਸੀਗਾ, ਆਪਾਂ IL ਮੰਨ ਲਓ, ਤੇ ਫੇਸ ਕਰੰਟ ਸੀਗਾ I ਫੇਸ। ਦੋਨਾਂ 'ਚ ਕੀ ਫਰਕ ਹੁੰਦਾ? ਆਪਾਂ ਲਿਖਿਆ ਸੀ I ਫੇਸ I ਲਾਈਨ ਇਜ਼ ਇਕਲ ਟੂ, ਆਪਾਂ ਕੀ ਲਿਖਿਆ ਸੀਗਾ? I ਲਾਈਨ ਇਜ਼ ਇਕਲ ਟੂ √3 I ਫੇਸ। ਇਹੀ ਲਿਖਿਆ ਸੀ ਨਾ, I ਫੇਸ ਨੂੰ ਆਪਾਂ √3 ਨਾਲ ਜਦੋਂ ਮਲਟੀਪਲਾਈ ਕਰਦੇ ਆ। ਮਤਲਬ IL ਦੀ ਥਾਂ ਤੇ ਅਸੀਂ ਕੀ ਭਰਨਾ ਹੈਗਾ? ਇੱਥੇ IL ਦੀ ਥਾਂ ਤੇ ਅਸੀਂ ਕੀ ਭਰਨਾ? ਇਹਨੂੰ ਡਿਲੀਟ ਕਰਕੇ ਨਾ IL ਦੀ ਥਾਂ ਤੇ ਅਸੀਂ ਕੀ ਭਰ ਲਾਂਗੇ? ਜਿਹੜਾ ਆਹ ਫਾਰਮੂਲਾ ਲਿਖਿਆ, ਇਹਨੂੰ ਇੱਥੋਂ ਮਟੇ ਦਿਓ ਤੇ IL ਦੀ ਥਾਂ ਤੇ ਆਹ ਫਾਰਮੂਲਾ ਭਰੋ ਜਿਹੜਾ ਆਪਾਂ ਲਿਖਿਆ ਹੈਗਾ, √3 I ਫੇਸ। I ਫੇਸ ਨਾਲ I ਫੇਸ ਕੱਟਿਆ ਜਾਊਗਾ, ਇਹਦਾ ਮਤਲਬ √3/1। √3 ਦੀ ਵੈਲਿਊ 1.732। ਆਹ ਆਨਸਰ ਕਦੋਂ ਆਉਣਾ ਸੀਗਾ? ਜਦੋਂ ਉਹ ਲਾਈਨ ਕਰੰਟ ਦਾ ਅਨੁਪਾਤ ਪੁੱਛਦਾ ਫੇਸ ਕਰੰਟ ਨਾਲ, ਕਿਉਂਕਿ ਲਾਈਨ ਕਰੰਟ ਵੱਡਾ ਹੁੰਦਾ ਤਾਂ 1.732 ਆਊਗਾ। ਪਰ ਵੋਲਟੇਜ ਵੇਲੇ ਡੈਲਟਾ ਦੇ ਵਿੱਚ ਲਾਈਨ ਵੋਲਟੇਜ ਤੇ ਡੈਲਟਾ ਜਿਹੜੀ ਆਪਣੀ ਹੁੰਦੀ ਹੈ ਫੇਸ ਵੋਲਟੇਜ, ਦੋਨੇ ਬਰਾਬਰ ਹੁੰਦੀਆਂ ਨੇਗੀਆਂ। ਕਲੀਅਰ ਹੋ ਗਿਆ ਜੀ? ਅੱਗੇ ਚੱਲੀਏ, ਚਲੋ। ਚਲੋ ਨੈਕਸਟ ਕੁਐਸਚਨ ਕਰਦੇ ਹਾਂ ਜੀ। ਅਗਲੇ ਕੁਐਸਚਨ ਦੇ ਵਿੱਚ ਉਹਨੇ ਕਿਹਾਗਾ ਇੱਕ 250 ਵੋਲਟ ਦੀ ਸਪਲਾਈ ਅਤੇ 0.4 ਐਂਪੀਅਰ ਦਾ ਕਰੰਟ ਕੈਰੀ ਕਰਨ ਵਾਲੇ ਲੈਂਪ ਵਿੱਚ ਊਰਜਾ ਦੀ ਖਪਤ ਪਤਾ ਕਰੋ। ਊਰਜਾ ਕਿੰਨੀ ਹੋਵੇਗੀ? ਜੇ 250 ਵੋਲਟ ਆ ਤੇ ਜਿਹੜਾ ਸਾਡਾ ਕਰੰਟ ਹੈਗਾ ਉਹ ਹੈਗਾ 0.4। ਵੈਸੇ ਊਰਜਾ ਦੀ ਥਾਂ ਤੇ ਇੱਥੇ ਆਉਣੀ ਚਾਹੀਦੀ ਹੈ ਸ਼ਕਤੀ। ਊਰਜਾ ਜਿੱਥੇ ਵੀ ਸਾਨੂੰ ਪਤਾ ਕਰਨ ਵਾਸਤੇ ਪੁੱਛਿਆ ਹੋਵੇਗਾ ਉੱਥੇ ਨਾਲ ਨਾਲ ਉਹਨੂੰ ਟਾਈਮ ਦੇਣਾ ਪਵੇਗਾ। ਅੱਗੇ ਕੁਐਸਚਨ ਦੇ ਵਿੱਚ ਪਤਾ ਲੱਗ ਜੂ। ਹਜੇ ਮੰਨ ਕੇ ਚੱਲੋ ਵੀ ਇੱਥੇ ਊਰਜਾ ਨਹੀਂ, ਇੱਥੇ ਸ਼ਕਤੀ ਦਿੱਤਾ ਹੋਇਆਗਾ। ਪੰਜਾਬ ਇਹਦੀ ਇੰਗਲਿਸ਼ ਦੇ ਆਪਾਂ ਕਰੀਏ ਤਾਂ ਪਾਵਰ, ਸ਼ਕਤੀ ਮਤਲਬ ਪਾਵਰ। ਤਾਂ ਸ਼ਕਤੀ ਪਾਵਰ, ਇੱਥੇ ਸਾਨੂੰ ਸ਼ਕਤੀ ਪੁੱਛਿਆ ਹੋਇਆਗਾ, ਕਿਉਂਕਿ ਜਿਹੜੇ ਪਾਵਰ ਦੇ ਯੂਨਿਟ ਹੁੰਦੇ ਆ ਨਾ, ਸ਼ਕਤੀ ਦੇ ਯੂਨਿਟ, ਉਹ ਵਾਟ ਹੁੰਦੇ ਹੈਗੇ। ਤਾਂ ਸਾਰਿਆਂ ਦਾ ਆਨਸਰ ਵਾਟ ਦੇ ਵਿੱਚ ਆ। ਤਾਂ ਪਹਿਲੀ ਗੱਲ ਤਾਂ ਇਹ ਹੈਗੀ ਵੀ ਜਿਹੜਾ ਸਾਡਾ ਇੱਥੇ ਪੁੱਛਿਆ ਗਿਆ ਉਹਨੇ ਉਹ ਕੀ ਪੁੱਛਿਆ ਗਿਆ? ਸਾਤੋਂ ਸ਼ਕਤੀ ਬਾਰੇ ਪੁੱਛਿਆ। ਉਹਦਾ ਫਾਰਮੂਲਾ ਹੁੰਦਾ ਜੀ ਇੱਕ, ਉਹਦਾ ਫਾਰਮੂਲਾ ਹੁੰਦਾ ਹੈਗਾ ਸਾਡਾ P = ਪਾਵਰ ਦਾ ਫਾਰਮੂਲਾ ਵੋਲਟੇਜ ਮਲਟੀਪਲਾਈ ਬਾਏ ਕਰੰਟ। ਕਿ ਜਦੋਂ ਅਸੀਂ ਵੋਲਟੇਜ ਤੇ ਕਰੰਟ ਨੂੰ ਆਪਸ ਦੇ ਵਿੱਚ ਗੁਣਾ ਕਰਾਂਗੇ ਉਹ ਕੀ ਬਣ ਜਾਂਦੀ ਹੈ? ਉਹ ਪਾਵਰ ਬਣ ਜਾਂਦੀ ਹੈ। ਤਾਂ ਇੱਥੇ ਵੋਲਟੇਜ ਜਿਹੜੀ ਦਿੱਤੀ ਹੈਗੀ ਉਹ ਕਿੰਨੀ ਦਿੱਤੀ ਹੈਗੀ ਉਹਨੇ? 250। ਤਾਂ 250 ਨੂੰ ਗੁਣਾ ਕਿਹਦੇ ਨਾਲ ਕਰਨਾ ਸੀ? ਕਰੰਟ ਦੇ ਨਾਲ। ਤੇ ਕਰੰਟ ਕਿੰਨਾ ਹੈਗਾ? 0.4 ਹੈ, ਯਾਦ ਰੱਖਣਾ ਹੁਣ 0.4। ਹੁਣ ਜਿਹੜੇ ਮੇਰੇ ਵਰਗਿਆਂ ਨੂੰ ਮੈਥ ਨਹੀਂ ਆਉਂਦਾ ਹੈਗਾ ਉਹ ਕੀ ਕਰਨਗੇ? ਉਹ ਭੁੱਲ ਜਾਓ, ਪੁਆਇੰਟ ਚ ਉਲਝਦੇ ਆ ਨਾ ਕਈ ਜਾਣੇ, ਭੁੱਲ ਜਾਓ ਵੀ ਇੱਥੇ ਪੁਆਇੰਟ ਹੈਗਾ। ਕਿ ਪਹਿਲਾਂ ਚੁੱਪ ਕਰਕੇ 250 ਨੂੰ ਗੁਣਾ ਕਰੋ 4 ਦੇ ਨਾਲ। 250 ਨੂੰ ਗੁਣਾ ਕੀਤਾ 4 ਦੇ ਨਾਲ, ਸਾਡੇ ਕੋਲੇ ਆ ਗਿਆ 1000। ਤਾਂ 1000 ਆਨਸਰ ਹੁੰਦਾ ਸਾਡਾ ਜੇ ਇੱਥੇ ਪੂਰੇ ਇਹਨਾਂ ਰਕਮਾਂ ਦੇ ਵਿੱਚ ਪੁਆਇੰਟ ਨਾ ਹੁੰਦਾ। ਹੁਣ ਜਿੱਥੇ ਪੁਆਇੰਟ ਹੈਗਾ ਅਸੀਂ ਦੇਖ ਲਓ ਵੀ ਇੱਧਰਲੇ ਪਾਸਿਓਂ ਕਿੰਨੇ ਅੱਖਰ ਛੱਡ ਕੇ ਪੁਆਇੰਟ ਆ? 1 ਅੱਖਰ ਛੱਡ ਕੇ। ਤਾਂ ਇੱਧਰ ਵੀ 1 ਅੱਖਰ ਛੱਡ ਕੇ ਅਸੀਂ ਪੁਆਇੰਟ ਲਗਾ ਦਿਓ, ਇੱਥੇ ਲਗਾ ਦਿਓ ਜੀ। ਤਾਂ ਸਾਡੇ ਕੋਲੇ ਕਿੰਨਾ ਆ ਗਿਆ? 100 ਵਾਟ ਆਨਸਰ ਆ ਗਿਆ ਜੀ। ਤਾਂ B ਆਨਸਰ ਸਾਡਾ 100 ਵਾਟ ਹੈਗਾ। ਜੇ ਇਹੀ ਕਰੰਟ ਸਾਡਾ 4 ਹੁੰਦਾ, 0.4 ਨਾ ਹੁੰਦਾ, ਫਿਰ ਕਿੰਨਾ ਹੋਇਆ ਇਹ? ਫਿਰ ਸਿੱਧਾ 4 ਨਾਲ ਕਰਕੇ 1000 ਆ ਜਾਂਦਾ। ਅੱਛਾ ਇਹ ਦੱਸੋ ਜੇ ਇੱਥੇ ਹੁੰਦਾ 2.5 ਮਲਟੀਪਲਾਈ ਬਾਏ 0.4, ਚਲੋ ਮੈਥ ਵਾਲਿਆਂ ਵਾਸਤੇ ਕਹਿ ਰਿਹਾ 2.5। ਮੈਨੂੰ ਪਤਾ ਜਿਹੜੇ ITI ਕਰਦੇ ਹੋਗੇ, ਜ਼ਿਆਦਾਤਰ ITI ਵਾਲੇ ਬੱਚੇ ਜਿਹੜੇ ਘਰੇ ਬਹਿ ਕੇ ITI ਕਰਦੇ ਹੈਗੇ, ਬੈਠੇ ਤਾਂ ਟਰੈਕਟਰਾਂ ਦੇ ਉੱਪਰ ਹੁੰਦੇ ਨੇਗੇ ਤੇ ਉਧਰ ITI ਚੱਲ ਰਹੀ ਹੁੰਦੀ ਹੈਗੀ ਹਨਾ ਕਾਗਜ਼ਾਂ ਦੇ ਵਿੱਚ। ਤਾਂ ਉਹ ਸਾਰਾ ਕੁਝ ਕਿੱਥੇ 3-3 4-4 ਸਾਲ 5-5 ਸਾਲ ਤਾਂ ਹੋ ਗਿਆ ITI ਛੱਡੀ ਨੂੰ।
ਤਾਂ ਕਿੱਥੋਂ ਪਤਾ ਲੱਗ ਜਾਊਗਾ ਪੁਆਇੰਟ ਕੀ ਕਰਦੇ ਹੈਗੇ। ਚਲੋ ਮੰਨ ਲਓ 2.5 ਗੁਣਾ 1 ਪੁਆਇੰਟ, ਇੱਥੇ ਆਹੀ ਲਾ ਲਓ 0.4 ਲਾ ਲਓ। ਚਲੋ ਸੌਰੀ, ਇੱਥੇ ਆਪਾਂ 0.4 ਲਗਾ ਲਓ ਕਿ ਇਹਦਾ ਆਨਸਰ ਕੀ ਆਊਗਾ। ਇਹ ਤੁਹਾਨੂੰ ਮੈਥ ਸਿਖਾ ਰਿਹਾ ਵਿੱਚੋਂ ਵਿੱਚ, ਤਾਂ ਤੁਸੀਂ ਭੁੱਲ ਜਾਓ ਵੀ ਪੁਆਇੰਟ ਹੈਗੇ ਨੇਗੇ। ਤੁਸੀਂ 25 ਨੂੰ ਗੁਣਾ ਕਰਨਾ 4 ਨਾਲ, ਤੇ ਕੀ ਬਣ ਗਿਆ ਸਾਡਾ ਇਹ 100। ਉਦੋਂ ਬਾਅਦ ਤੁਸੀਂ ਦੇਖਣਾ ਵੀ ਇਹ ਸਾਰੀਆਂ ਰਕਮਾਂ ਦੇ ਵਿੱਚ ਇੱਕ ਤਾਂ ਇੱਥੇ ਹੈਗਾ, ਇੱਕ ਅੱਖਰ ਛੱਡ ਕੇ ਤਾਂ ਇੱਥੇ ਪੁਆਇੰਟ ਆ। ਖੱਬੇ ਪਾਸਿਓਂ ਗਿਣਨਾ ਸ਼ੁਰੂ ਕਰਨਾ ਸੀ, ਇੱਕ ਅੱਖਰ ਇਹਦਾ ਗਾ, ਇੱਕ ਅੱਖਰ ਇਹਦਾ ਗਾ ਪੁਆਇੰਟ ਵਾਲਾ, ਤਾਂ ਇੱਕ ਤੇ ਇੱਕ ਮਿਲਾ ਕੇ ਕੁੱਲ ਕਿੰਨੇ ਅੱਖਰ ਬਣ ਗਏ 2, ਤਾਂ ਅਸੀਂ 2 ਅੱਖਰ ਛੱਡ ਕੇ ਇੱਥੇ ਪੁਆਇੰਟ ਲਾ ਦੇਣਾ, ਤੇ ਇਹਦਾ ਆਨਸਰ ਕਿੰਨਾ 1 ਹੀ ਬਣੂ ਸਿਰਫ। ਸਮਝ ਆ ਗਈ ਜੀ ਗੱਲ। ਇਹ ਗੁਣਾ ਕਰਨ ਵੇਲੇ ਅਸੀਂ ਸਿਰਫ ਇਹ ਦੇਖੀਦਾ ਹੁੰਦਾ ਖੱਬੇ ਪਾਸਿਓਂ ਕੁੱਲ ਕਿੰਨੇ ਅੱਖਰਾਂ ਦੇ ਵਿੱਚ ਪੁਆਇੰਟ ਕਿਵੇਂ ਨੰਬਰ ਦੇ ਉੱਪਰ ਆ। ਤਾਂ ਜਿਹੜਾ ਵੀ ਆਨਸਰ ਪਹਿਲਾਂ ਪੁਆਇੰਟ ਨੂੰ ਭੁੱਲ ਜਾਓ, ਗੁਣਾ ਕਰ ਲਓ, ਆਨਸਰ ਜਿਹੜਾ ਆਉਂਦਾਗਾ ਉਹਦੇ ਵਿੱਚ ਉਹਨੇ ਪੁਆਇੰਟ ਛੱਡ ਕੇ ਤੁਸੀਂ ਪੁਆਇੰਟ ਲਾ ਦਿਓ। 2 ਕੁਐਸਚਨ ਕਰਕੇ ਸਮਝਾਤੇ, ਮੇਰੇ ਹਿਸਾਬ ਨਾਲ ਸਮਝ ਆ ਗਿਆ ਹੋਊਗਾ। ਨਹੀਂ ਕੋਈ ਗੱਲ ਨਹੀਂ, ਆਪਾਂ ਬਹੁਤ ਕਲਾਸਾਂ ਲਾਉਣੀਆਂ, ਹਰੇਕ ਕਲਾਸ ਦੇ ਵਿੱਚ ਤੁਹਾਨੂੰ ਮੈਥ ਵੀ ਨਾਲ ਦੱਸੂਗਾ ਮੈਂ। ਇਹ ਨਹੀਂ ਹੈਗਾ ਵੀ ਹਰੇਕ ਕਲਾਸ 'ਚ ਕਹੀ ਜਾਊਗਾ ਇਹ ਤਾਂ ਤੁਹਾਨੂੰ ਆਉਂਦਾ ਹੀ ਹੋਊ, ਇਹ ਤਾਂ ਤੁਹਾਨੂੰ ਆਉਂਦਾ ਹੀ ਹੋਊ। ਠੀਕ ਹੈ ਜੀ। ਅਗਲਾ ਕੁਐਸਚਨ ਦੇਖੋ ਜੀ। ਅਗਲੇ ਦੇ ਕੁਐਸਚਨ ਦੇ ਵਿੱਚ ਉਹਨੇ ਕਿਹਾ 1000 ਓਮ ਦੇ 3 ਅਵਰੋਧਕ ਕਹਿ ਲਓ, ਰਜਿਸਟਰ ਕਹਿ ਲਓ, 3 ਅਵਰੋਧਕ ਲੜੀ ਵਿੱਚ ਜੁੜੇ ਹੋਏ ਹਨ, ਉਹਨਾਂ ਦੀ ਕੁੱਲ ਅਵਰੋਧਤਾ ਕਿੰਨੀ ਹੋਏਗੀ। 1000 ਦੇ 3 ਲੱਗੇ ਹੋਏ ਨੇ। ਦੇਖੋ ਰਾਜੇ, 2 ਚੀਜ਼ਾਂ ਹੁੰਦੀਆਂ, ਜਾਂ ਤਾਂ ਲੜੀ ਹੁੰਦੀ ਆ ਜਿਹਨੂੰ ਅਸੀਂ ਕਹਿੰਦੇ ਸੀਰੀਜ਼, ਜਾਂ ਹੁੰਦਾ ਪੈਰਲਲ। ਇਦੋਂ ਬਿਨਾਂ ਹੋਰ ਕੁਝ ਨਹੀਂ ਹੈਗਾ, ਜਾਂ ਸੀਰੀਜ਼ ਜਾਂ ਪੈਰਲਲ, 2 ਤਰ੍ਹਾਂ ਦੇ ਕੰਬੀਨੇਸ਼ਨ ਹੁੰਦੇ ਆ। ਸੀਰੀਜ਼ ਲੜੀ ਦਾ ਮਤਲਬ ਇੱਕ ਆਰ ਰੈਜ਼ਿਸਟੈਂਸ ਪਈ ਹੈਗੀ, ਉਹਦੇ ਨਾਲ ਇੱਥੋਂ ਹੀ ਦੂਜੀ ਸ਼ੁਰੂ ਹੋ ਗਈ ਤੇ ਤੀਜੀ ਵੀ ਉਹਦੇ ਨਾਲ ਸ਼ੁਰੂ ਹੋ ਗਈ। ਜਦੋਂ ਇਦਾਂ ਲੜੀ ਜੀ ਬਣ ਜੇ, ਲੜੀ ਦਾ ਮਤਲਬ ਸਮਝ ਰਹੇ ਹੋ, ਜਿਹੜਾ ਦੀਵਾਲੀ ਵੇਲੇ ਲਾਉਣੇ ਆਪਾਂ ਲੜੀਆਂ, ਉਹ ਇਦਾਂ ਹੀ ਹੁੰਦੀਆਂ ਨੇ ਇੱਕ ਤੋਂ ਬਾਅਦ ਇੱਕ। ਉਹ ਵੱਖਰੀ ਗੱਲ ਆ ਵੀ ਹੁਣ ਉਹ ਪੈਰਲਲ ਚ ਆਉਣ ਲੱਗ ਗਿਆ, ਉਹ ਵੱਖਰੀ ਗੱਲ ਆ, ਪਰ ਸਿੱਧੀਆਂ ਇਦਾਂ ਹੀ ਹੁੰਦੀਆਂ ਨੇ, ਜਿੱਥੇ ਖਤਮ ਹੁੰਦੀ ਹੈ ਦੂਜੀ ਉੱਥੇ ਲੱਗੀ ਹੁੰਦੀ ਆ। ਤਾਂ ਲੜੀ ਜਿਹੜੀ ਹੁੰਦੀ ਹੈ, ਜੇ ਇੱਥੋਂ ਲੈ ਕੇ ਆ ਹੈਗਾ, ਮੰਨ ਲਓ B ਪੁਆਇੰਟ, ਆ ਹੈਗਾ A ਪੁਆਇੰਟ, A ਤੋਂ ਲੈ ਕੇ B ਤੱਕ ਦਾ ਕੁੱਲ ਪ੍ਰਤੀਰੋਧ ਪੁੱਛ ਲਵੇ ਜੇ ਆਪਾਂ ਨੂੰ, ਤਾਂ ਸਾਰਿਆਂ ਨੂੰ ਜੋੜ ਕੇ ਆ ਜਾਂਦਾ ਤਾਂ 1000 + 1000 + 1000 ਕਿੰਨਾ ਬਣ ਗਿਆ, ਇਹ 3000 ਬਣ ਗਿਆ ਨਾ। 3000 ਬਣ ਗਿਆ ਨਾ। ਪਰ ਪ੍ਰੋਬਲਮ ਇੱਥੇ ਕੀ ਹੈ, ਸਾਨੂੰ ਤਾਂ 3000 ਦਿਖਦਾ ਨਹੀਂ ਹੈਗਾ। ਆਨਸਰ ਸਾਡਾ 3000 ਬਣਿਆ, ਦਿਖਦਾ ਸਾਨੂੰ ਹੈ ਨਹੀਂ ਆਨਸਰ ਦੇ ਵਿੱਚ 3000। ਇਹਦਾ 3000 100 ਜਾਂ 10 ਕਹਿ ਰਿਹਾ ਹੈਗਾ, ਤਾਂ ਇਹਦਾ ਕੀ ਹੁੰਦਾ ਰਾਜੇ, 3 ਜ਼ੀਰੋਆਂ ਦੀ ਥਾਂ ਤੇ ਅਸੀਂ K ਲਿਖ ਸਕਦੇ ਹੁੰਦੇ ਆ। K ਲਿਖ ਸਕਦੇ 3 ਜ਼ੀਰੋ ਛੱਡ ਕੇ, ਤਾਂ ਮਤਲਬ ਕੀ ਹੈ 3 ਕਿਲੋ ਓਹਮ। ਇਹ ਓਮ ਦਾ ਸਾਈਨ ਹੁੰਦਾ, ਤੁਹਾਨੂੰ ਪਤਾ ਹੀ ਆ। ਤਾਂ ਆਨਸਰ ਇੱਥੇ ਕੀ ਹੋਊਗਾ ਰਾਜੇ, 3 ਕਿਲੋ। ਮਤਲਬ ਕੀ ਆ ਬੱਚੇ, 1 ਕਿਲੋ ਓਹਮ ਦੇ ਵਿੱਚ 1 ਕਿਲੋ ਓਹਮ ਦੇ ਵਿੱਚ 1000 ਓਹਮ ਹੁੰਦੇ ਹੈਗੇ। ਆਪਣੇ ਕਿੰਨੇ ਸੀਗੇ 3000 ਓਹਮ, ਇਹਦਾ ਮਤਲਬ ਕਿੰਨੇ ਕਿਲੋ ਓਹਮ ਬਣ ਗਏ ਆਪਣੇ 3। ਠੀਕ ਹੈ ਜੀ। ਅੱਗੇ ਦੇਖੋ ਜੀ, ਸਾਈਨ ਵੇਵ ਲਈ ਸਮਾਂ ਮਿਆਦ 0.25 ਸੈਕਿੰਡ ਹੈ, ਫ੍ਰੀਕੁਐਂਸੀ ਲੱਭੋ। ਸਮਾਂ ਮਿਆਦ ਹੈਗਾ ਟਾਈਮ ਪੀਰੀਅਡ। ਪਹਿਲਾਂ ਤਾਂ ਸਾਈਨ ਵੇਵ ਇਹਨੇ ਕਹਿਤਾ ਜਿਹੜਾ ਇਹ ਕੀ ਹੁੰਦਾ, ਜਿਹੜੀ ਸਾਡੇ ਘਰਾਂ ਦੇ ਵਿੱਚ AC ਸਪਲਾਈ ਆਉਂਦੀ ਹੈ ਨਾ, ਉਹਦਾ ਜਿਹੜਾ ਚੱਲਣ ਦਾ ਜਿਹੜਾ ਉਹਦਾ ਇੱਕ ਗ੍ਰਾਫ ਆ, ਉਹ ਇਦਾਂ ਗਾ, ਉਹ ਸਾਈਕਲਸ ਬਣਦੇ ਹੁੰਦੇ ਆ ਵੀ ਕਦੇ ਉਹ ਮੈਕਸਿਮਮ ਵੈਲਿਊ ਤੇ ਜਾਂਦੀ ਆ, ਕਦੇ ਉਹ 0 ਹੁੰਦੀ ਆ, ਕਦੇ ਉਹ ਨੈਗੇਟਿਵ 'ਚ ਜਾਂਦੀ ਆ, ਕਦੇ ਫਿਰ 0 ਹੁੰਦੀ ਆ। 1 ਸੈਕਿੰਡ ਦੇ ਵਿੱਚ ਜਿਹੜੀ ਘਰ ਦੇ ਵਿੱਚ ਸਪਲਾਈ ਹੈਗੀ, ਉਹ 100 ਵਾਰੀ 0 ਹੁੰਦੀ ਹੈਗੀ। ਠੀਕ ਹੈ ਜੀ, 100 ਵਾਰੀ 0 ਹੁੰਦੀ ਆ। ਤੇ ਸਾਈਕਲ ਕਿੰਨੇ ਬਣਦੇ ਆ ਉਹਦੇ 50। ਆਹ ਇੱਕ ਸਾਈਕਲ ਹੁੰਦਾ, ਇੱਥੋਂ ਲੈ ਕੇ ਇੱਕ ਪੋਜ਼ਿਟਿਵ ਤੇ ਇੱਕ ਨੈਗੇਟਿਵ, ਇਹ ਇੱਕ ਸਾਈਕਲ ਹੁੰਦਾ। ਇਹ ਸਾਈਕਲ ਨੂੰ ਪੂਰਾ ਹੋਣ ਨੂੰ ਕਿੰਨਾ ਸਮਾਂ ਲੱਗਦਾ ਗਾ, ਇਹਨੂੰ ਅਸੀਂ ਕਹਿੰਦੇ ਆਂਗੇ ਸਮਾਂ ਮਿਆਦ। ਤਾਂ ਇਹ ਸਮਾਂ ਮਿਆਦ ਉਹਨੇ ਦਿੱਤਾ ਵੀ ਇਹ ਕਿੰਨੇ ਚ ਹੈਗੀ, 0.25 ਸੈਕਿੰਡ ਦੇ ਵਿੱਚ ਹੈਗੀ। ਕੱਢਣਾ ਕੀ ਆ, ਫ੍ਰੀਕੁਐਂਸੀ। ਇਹਦੇ ਵਾਸਤੇ ਫੇਰ ਉਹੀ ਗੱਲ, ਫਾਰਮੂਲਾ ਯਾਦ ਕਰਨਾ ਪਊਗਾ। ਬਸ ਫਾਰਮੂਲਾ ਦੇਖ ਲਓ ਜੀ, ਇਹਦੇ ਮੈਂ ਨਾਲ ਇੱਥੇ ਲਿਖਣ ਲੱਗਿਆਗਾ ਫਾਰਮੂਲਾ, ਕਿ ਜਦੋਂ ਅਸੀਂ ਕੱਢਣੀ ਆ ਫ੍ਰੀਕੁਐਂਸੀ, ਉਹ ਹੁੰਦੀ ਆ 1/ਟਾਈਮ। ਤੇ ਜੇ ਮੰਨ ਲਓ ਫ੍ਰੀਕੁਐਂਸੀ ਦਿੱਤੀ ਹੋਵੇ 50 ਹਰਟਜ਼ ਦਿੱਤਾ ਹੋਵੇ, ਸਮਾਂ ਮਿਆਦ ਕੱਢਣਾ ਹੋਵੇ, ਮੰਨ ਲਓ T ਪੁੱਛੀ ਹੋਵੇ, ਤਾਂ ਉਹ ਹੁੰਦੀ ਆ ਬੱਚੇ 1/f। ਠੀਕ ਹੈ, ਪੁੱਠਾ ਕਰ ਦੇਣਾ ਬਸ। ਤਾਂ ਉਹਨੇ ਸਮਾਂ ਮਿਆਦ ਦਿੱਤਾ ਸੀਗਾ, ਅਸੀਂ ਕੱਢਣੀ ਸੀਗੀ, ਕੀ ਕੱਢਣਾ ਸੀਗਾ ਅਸੀਂ, ਫ੍ਰੀਕੁਐਂਸੀ। ਤਾਂ ਫ੍ਰੀਕੁਐਂਸੀ ਵਾਲਾ ਫਾਰਮੂਲਾ ਆ ਲੱਗੂਗਾ ਨਾ, 1/T। 1/T T ਕਿੰਨਾ ਹੈਗਾ, 0.25। ਪੁਆਇੰਟ ਹਟਾਉਣ ਵਾਸਤੇ ਕੀ ਕਰਨਾ ਪਊਗਾ, ਉੱਪਰ ਜਿੰਨੇ ਅੱਖਰ ਇਧਰਲੇ ਪਾਸੇ ਪੁਆਇੰਟ ਤੋਂ ਪਹਿਲਾਂ ਕਿੰਨੇ ਅੱਖਰ ਆ, 2, ਉੱਪਰਲੇ ਪਾਸੇ 2 ਜ਼ੀਰੋਆਂ ਹੋਰ ਲਾ ਲਓ ਇਹਦੇ ਨਾਲ, ਤੇ ਪੁਆਇੰਟ ਇੱਥੋਂ ਹਟ ਜਾਊਗਾ। 25 ਨੂੰ ਇਹਦੇ ਨਾਲ ਡਿਵਾਈਡ ਕਰਕੇ ਆਪਾਂ ਦੇਖਾਂਗੇ, ਕੱਟਾਂਗੇ 100, 4 ਆ ਜਾਊਗਾ। ਤਾਂ ਆਨਸਰ ਸਾਡਾ ਕਿੰਨਾ ਹੈਗਾ ਜੀ, 4 ਹਰਟਸ ਆ ਗਿਆ। ਕਿਉਂਕਿ ਜਿਹੜੇ ਫ੍ਰੀਕੁਐਂਸੀ ਦੇ ਯੂਨਿਟ ਹੁੰਦੇ ਆ ਉਹ ਹਰਟਸ ਦੇ ਵਿੱਚ ਹੁੰਦੇ ਆ, ਤਾਂ ਕਰਕੇ ਇਹਦੇ ਪਿੱਛੇ ਹਰਟਸ ਲਿਖਿਆ ਹੋਇਆ। ਠੀਕ ਹੈ, ਇਹਨੂੰ ਘਬਰਾਉਣਾ ਨਹੀਂ ਦੇਖ ਕੇ। ਅੱਗੇ ਆ ਜਾਓ ਜੀ, ਅਗਲਾ ਕੁਐਸਚਨ ਦੇਖੋ।
ਉਹਨੇ ਕਿਹਾ ਇੱਕ 250 ਓਹਮ ਦਾ ਰੈਜ਼ਿਸਟੈਂਸ ਵਿੱਚੋਂ 12 ਮਿਲੀ ਐਂਪੀਅਰ, ਇਹ ਮਿਲੀ ਐਂਪੀਅਰ ਦਾ ਕਰੰਟ ਹੁੰਦਾ ਹੈ, ਉਸਦੇ ਪਾਰ ਕਿੰਨੀ ਵੋਲਟੇਜ ਹੋਵੇਗੀ। ਇਹ ਵੀ ਫਾਰਮੂਲਾ ਕਿ ਜਦੋਂ ਵੀ ਸਾਨੂੰ ਪੁੱਛ ਲਵੇ ਕਿ ਵੋਲਟੇਜ ਕਿੰਨੀ ਹੋਵੇਗੀ, ਵੋਲਟੇਜ ਦਾ ਫਾਰਮੂਲਾ ਹੁੰਦਾ ਕਿ ਕਰੰਟ ਨੂੰ ਤੇ ਰੈਜ਼ਿਸਟੈਂਸ ਨੂੰ ਆਪਸ ਦੇ ਵਿੱਚ ਗੁਣਾ ਕਰ ਦਿਓ। ਪਰ ਇਹ ਸਿੱਧੀ ਗੁਣਾ ਨਹੀਂ ਹੈਗੀ ਵੀ 250 ਨੂੰ 12 ਨਾਲ ਕਰ ਦਈਏ ਤੇ ਆਪਣਾ ਆਨਸਰ ਆ ਜਾਊਗਾ। ਇਹ ਜਿਹੜਾ 250 ਹੈਗਾ ਇਹ ਤਾਂ ਹੈਗਾ ਓਹਮ ਦੇ ਵਿੱਚ, ਕੱਲਾ ਓਹਮ, ਇਹਦੇ ਐਂਪੀਅਰ ਨਹੀਂ ਹੈਗਾ। ਇਹ ਨਾਰਮਲੀ ਆਪਾਂ ਐਂਪੀਅਰ ਦੇ ਵਿੱਚ ਹੁੰਦੇ, ਇਹਦੇ ਮਿਲੀ ਐਂਪੀਅਰ ਲਿਖਿਆ ਹੋਇਆਗਾ। ਤਾਂ ਮਿਲੀ ਐਂਪੀਅਰ ਦਾ ਮਤਲਬ ਹੁੰਦਾ ਰਾਜੇ, ਇੱਥੇ ਅਸੀਂ ਕਰੰਟ ਦੀ ਵੈਲਿਊ ਭਰਾਂਗੇ 12 ਮਿਲੀ ਐਂਪੀਅਰ, ਮਤਲਬ 12 ਗੁਣਾ 10 ਦੀ ਪਾਵਰ -3, ਜਿੱਥੇ ਮਿਲੀ ਆ ਗਿਆ ਉੱਥੇ 10 ਦੀ ਪਾਵਰ -3 ਨਾਲ ਲਿਖਣਾਗਾ, ਗੁਣਾ 250 ਰੈਜ਼ਿਸਟੈਂਸ ਤਾਂ ਓਹਮ ਦੇ ਵਿੱਚ ਆ, ਉਹਦਾ ਮਿਲੀ ਚ ਹੈ ਨਹੀਂਗੀ। ਅੱਛਾ ਜੇ ਕਿਲੋ ਚ ਹੁੰਦਾ ਫਿਰ ਤੇ 10 ਦੀ ਪਾਵਰ 3 ਲਿਖਣਾ ਸੀ, ਮਤਲਬ ਫਿਰ 3 ਜ਼ੀਰੋ ਗੁਣਾ ਕਰਨੀਆਂ ਸੀਗੀਆਂ ਨਾਲ, ਕਾਹਦੇ 12 ਦੇ, ਜੇ 12 ਕਿਲੋ ਐਂਪੀਅਰ ਲਿਖਿਆ ਹੁੰਦਾ। ਪਰ ਇੱਥੇ ਮਿਲੀ ਆ ਗਿਆ, ਜਿੱਥੇ ਆ ਐਮ ਲਿਖਿਆ ਹੋਊਗਾ ਉੱਥੇ ਆਪਾਂ 10 ਦੀ ਪਾਵਰ -3 ਕਰਨਾ। ਇਹਦਾ ਮਤਲਬ ਇਹ ਹੁੰਦਾ, ਇਹਦਾ ਇਹਦਾ ਮਾਈਨਸ ਹਟਾਉਣ ਵਾਸਤੇ ਅਸੀਂ ਇਹਨੂੰ ਥੱਲੇ ਲਿਖ ਸਕਦੇ ਹਾਂ, 3 ਜ਼ੀਰੋ ਅਸੀਂ ਥੱਲੇ ਲਿਖ ਸਕਦੇ ਹਾਂ। ਜੋ ਥੱਲੇ ਲਿਖਤੇ ਤਾਂ ਉੱਪਰਲਾ ਜਿਹੜਾ ਹੈਗਾ ਇਹਨੂੰ ਆਪਾਂ ਇੱਥੋਂ ਮਟੇ ਦਾਂਗੇ, ਜਿੰਨੀ ਵੀ 10 ਦੀ ਪਾਵਰ ਮਾਈਨਸ ਚ ਲਿਖੀ ਹੋਊ ਉਨੀ ਜ਼ੀਰੋ ਤੁਸੀਂ ਹੇਠਾਂ ਲਿਖ ਦੇਣੀਆਂ ਨੇ ਡਿਵਾਈਡ ਚ ਕਰਕੇ। ਤਾਂ ਹੁਣ ਇਹਨੂੰ ਜੇ ਸੋਲਵ ਕਰ ਲਓ, ਇਹਨੂੰ ਕੱਟ ਲਓ ਇਹਦੇ ਨਾਲ, ਤਾਂ 25 ਨੂੰ ਕੱਟਾਂਗੇ ਆਪਾਂ, ਕਿੰਨਾ ਆ ਜਾਊਗਾ ਸਾਡਾ 4 ਆ ਜਾਊਗਾ ਨਾ, 25 ਚੌਕਾ 100 ਹੁੰਦਾ, 4 ਨੂੰ 12 ਨਾਲ ਕੱਢਿਆ ਕਿੰਨਾ ਆ ਗਿਆ ਸਾਡਾ 3 ਆ ਗਿਆ। ਤਾਂ ਆਨਸਰ ਦੇਖੋ ਰਾਜੇ 3 ਵੋਲਟ ਆ ਪਿਆ ਨਾ ਸਿੱਧਾ ਸਿੱਧਾ। ਤਾਂ ਦੇਖੋ ਕਿੰਨੇ ਸੌਖੇ ਕੁਐਸਚਨ ਨੇ, ਮੈਨੂੰ ਤਾਂ ਇਹਦੇ ਵਿੱਚ ਕੁਝ ਖਾਸ ਲੱਗ ਨਹੀਂ ਰਿਹਾ ਹੈਗਾ, ਵੀ ਸਿਰਫ ਗੱਲ ਕਿੰਨੀ ਕੁ ਆ ਗਈ ਆ ਫਾਰਮੂਲੇ ਪਤਾ ਹੋਣੇ। ਤੇ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸ ਦਾਂਗਾ, ਇਹ ਉਹ ਫਾਰਮੂਲੇ ਨੇ ਵੀ ਜਦੋਂ ਆਪਾਂ ਕੋਈ ਟੌਪਿਕ ਪੜ੍ਹਦੇ ਆ ਨਾ ਉਹਦੇ ਵਿੱਚੋਂ 5-7 ਫਾਰਮੂਲੇ ਹੁੰਦੇ ਆ, ਇਹ ਉਹ 5-7 ਮੇਨ ਫਾਰਮੂਲੇ ਇੰਪੋਰਟੈਂਟ ਫਾਰਮੂਲਿਆਂ ਦੇ ਵਿੱਚੋਂ। ਇਹ ਨਹੀਂ ਹੈਗਾ ਕਿ ਟੌਪਿਕ ਦੇ ਅੰਦਰ ਜਾ ਕੇ ਪੁੱਛੇ ਹੋਏ ਸੀਗੇ, ਸਿੰਪਲ ਫਾਰਮੂਲੇ ਸੀਗੇ ਜਿਹੜੇ ਬਾਹਰਲੇ ਜਿਹੜੇ ਬੰਦੇ ਨੇ ਜੇ ਸਿਰਫ 15 ਮਿੰਟ ਵੀ ਲਾਏ ਹੁੰਦੇ ਨਾ ਹਰੇਕ ਟੌਪਿਕ ਦੇ ਉੱਪਰ, ਤਾਂ ਜਦੋਂ ਵੀ ਮੈਂ ਕਰਵਾਉਣਾ ਤਾਂ ਪਹਿਲਾਂ ਇਹੀ ਫਾਰਮੂਲੇ ਕਰਵਾਉਣਾ ਹੁੰਦਾ। ਜਦੋਂ ਕੋਈ ਵੀ ਟੌਪਿਕ ਕਰਵਾਉਣਾ ਪਹਿਲਾਂ ਇਹ ਫਾਰਮੂਲੇ ਤੋਂ ਹੀ ਸਟਾਰਟ ਹੁੰਦਾ ਟੌਪਿਕ। ਤਾਂ ਜਿਨ੍ਹਾਂ ਨੇ ਕਲਾਸਾਂ ਲਾਈਆਂ ਸੀਗੀਆਂ ਉਹ ਪਹਿਲੇ ਬੱਚੇ ਨਿਕਲੇ ਵੀ ਨੇ, ਬਥੇਰੇ ਬੱਚੇ ਕਲੀਅਰ ਵੀ ਹੋਏ ਨੇਗੇ। ਚਲੋ ਅਗਲਾ ਕੁਐਸਚਨ ਦੇਖਦੇ ਆਂਗੇ ਆਪਾਂ। ਟਰਾਂਸਫਾਰਮਰ ਵਿੱਚ ਪ੍ਰਤੀ ਗੇੜਿਆਂ ਦੀ ਗਿਣਤੀ ਜੋ ਕਿ N/V 8 ਹੈ ਅਤੇ ਪ੍ਰਾਇਮਰੀ ਵੋਲਟੇਜ 110 ਹੈ, ਜੇਕਰ ਸੈਕੰਡਰੀ ਵੋਲਟੇਜ 25 ਹੈ ਤਾਂ ਤਾਰ ਦੀ ਪ੍ਰਾਇਮਰੀ ਤੇ ਸੈਕੰਡਰੀ ਗੇੜਿਆਂ ਦਾ ਪਤਾ ਕਰੋ। ਦੇਖੋ ਰਾਜੇ ਇੱਕ ਗੱਲ ਦੇਖੋ ਕਿ ਜਿਹੜਾ ਸਾਡਾ ਟਰਾਂਸਫਾਰਮਰ ਹੁੰਦਾ, ਟਰਾਂਸਫਾਰਮਰ ਕੀ ਆ, ਇੱਕ ਟਰਾਂਸਫਾਰਮਰ ਦੇ ਵਿੱਚ ਪ੍ਰਾਇਮਰੀ ਵਾਈਂਡਿੰਗ ਹੁੰਦੀ ਆ, ਇੱਕ ਸੈਕੰਡਰੀ ਵਾਈਂਡਿੰਗ ਹੁੰਦੀ ਹੈ। ਧਿਆਨ ਨਾਲ ਸੁਣਿਓ ਮੇਰੀ ਗੱਲ ਨੂੰ। ਅੱਛਾ ਸੌਖੀ ਜੀ ਗੱਲ, ਮੰਨ ਲਓ ਇਧਰਲੇ ਪਾਸੇ ਜਿਹੜੀ ਆਹ ਪ੍ਰਾਇਮਰੀ ਵਾਈਂਡਿੰਗ ਹੈ ਤੁਸੀਂ 10 ਗੇੜੇ ਪਾਤੇ, 10 ਗੇੜੇ ਪਾਤੇ ਇਹਦੇ ਤੁਸੀਂ, ਠੀਕ ਆ, ਤੇ ਇੱਧਰ 20 ਗੇੜੇ ਪਾਤੇ, ਮਤਲਬ ਜਿਹੜੀਆਂ ਆਹ ਟਰਨਾਂ ਪਾਈਆਂ ਨੇਗੀਆਂ, ਕੋਇਲਾਂ ਪਾਈਆਂ ਨੇਗੀਆਂ। ਤੇ ਅੱਛਾ ਇੱਥੇ ਤੁਸੀਂ ਦੇਤੀ 5 ਵੋਲਟ, ਇੱਥੇ ਤੁਸੀਂ 5 ਵੋਲਟ ਦੇਤੀ, ਤਾਂ ਸੈਕੰਡਰੀ ਸਾਈਡ ਦੇ ਉੱਪਰ ਕਿੰਨੀ ਵੋਲਟ ਨਿਕਲੂ ਪਤਾ? ਜਿੰਨੀ ਗੇੜਿਆਂ ਦੀ ਗਿਣਤੀ ਵੱਧਦਾ, ਜਿੰਨੀ ਗੇੜਿਆਂ ਦੀ ਗਿਣਤੀ ਵੱਧਦਾ ਉਨੀ ਹੀ ਸਾਡੀ ਵੋਲਟੇਜ ਵੱਧ ਨਿਕਲੂਗੀ। ਮੰਨ ਲਓ ਇੱਥੇ ਗੇੜਿਆਂ ਦੀ ਗਿਣਤੀ ਕਿੰਨੀ ਵੱਧਦਾ, 10 ਨੂੰ 20 ਕਰ ਰਹੇ ਹਾਂ ਅਸੀਂ, 2 ਗੁਣਾ ਵੱਧ ਪਾਈਆਂ ਹੋਈਆਂ ਨੇਗੀਆਂ ਨਾ, ਮਤਲਬ ਸਾਡੀ ਵੋਲਟੇਜ ਵੀ 2 ਗੁਣਾ ਵੱਧ ਜੂਗੀ। ਮਤਲਬ ਜੇ ਇੱਥੇ 5 ਹੈ ਇੱਥੇ ਕਿੰਨੀ ਹੋ ਜੂਗੀ 10। ਇਹਦਾ ਮਤਲਬ ਜਿਹੜੀ ਸਾਡੀ ਵੋਲਟੇਜ ਦੀ ਰੇਸ਼ੋ ਆ ਗਈ ਉਹੀ ਸਾਡੀ ਟਰਨਾਂ ਦੀ ਰੇਸ਼ੋ ਹੋਏਗੀ। ਗੱਲ ਪਤਾ ਲੱਗੀ? ਜੇ ਟਰਨਾਂ ਇੱਥੇ ਆਪਾਂ ਅੱਧੀਆਂ ਪਾ ਦਿੰਦੇ, ਮੰਨ ਲਓ ਇੱਥੇ ਪਾਈਆਂ ਹੋਈਆਂ ਨੇ 10 ਟਰਨਾਂ ਪਾਈਆਂ ਹੋਈਆਂ ਨੇਗੀਆਂ, 10 ਦੀ ਥਾਂ ਤੇ ਇੱਥੇ ਆਪਾਂ 5 ਟਰਨਾਂ ਪਾ ਦਿੰਦੇ ਸਿਰਫ, ਤਾਂ ਫਿਰ ਆਹ 5 ਵੋਲਟ ਕਿੰਨਾ ਨਿਕਲਣਾ ਸੀਗਾ ਇੱਥੋਂ? ਆਹ ਰਹਿਣ ਦਿਓ, ਆਹ ਹੈ ਨਹੀਂ ਗੀ, ਮੰਨ ਲਓ ਕਿੰਨੀ ਨਿਕਲਣੀ ਸੀ ਇੱਥੇ 2.5 ਵੋਲਟ ਨਿਕਲਣਾ ਸੀਗਾ ਸਿਰਫ। ਤਾਂ ਸਿਰਫ ਗੇੜਿਆਂ ਨੂੰ ਵਧਾ ਘਟਾ ਕੇ ਅਸੀਂ ਵੋਲਟੇਜ ਨੂੰ ਵਧਾ ਜਾਂ ਘਟਾ ਸਕਦੇ। ਜਿਵੇਂ ਕਿ ਸਾਡੇ ਘਰਾਂ ਦੇ ਬਾਹਰਲੇ ਪਾਸੇ ਜਿਹੜੇ ਟਰਾਂਸਫਾਰਮਰ ਪਏ ਨੇਗੇ ਉਹਨਾਂ ਦੇ ਇੱਧਰਲੇ ਪਾਸੇ ਪ੍ਰਾਇਮਰੀ ਸਾਈਡ ਦੇ ਉੱਪਰ ਕਿੰਨੀ ਵੋਲਟੇਜ ਆਉਂਦੀ ਆ? 11,000 ਵੋਲਟ ਆਉਂਦੀ ਆ, ਤੇ ਸੈਕੰਡਰੀ ਸਾਈਡ ਦੇ ਉੱਪਰ ਕਿੰਨੀ ਆਉਂਦੀ ਆ? 400 ਵੋਲਟ, 400 ਵੋਲਟ ਆਉਂਦੀ ਆ ਨਾ। ਤਾਂ ਇਹ 11,000 ਤੋਂ 400 ਕਿਉਂ ਬਣੀ? ਕਿਉਂਕਿ ਪ੍ਰਾਇਮਰੀ ਦੇ ਵਿੱਚ ਉਹਨਾਂ ਨੇ ਜਿਹੜੀਆਂ ਟਰਨਾਂ ਨੇ ਉਹ ਵੱਧ ਪਾਈਆਂ ਹੋਈਆਂ ਨੇ, ਸੈਕੰਡਰੀ ਟਰਨਾਂ ਜਿਹੜੀਆਂ ਨੇ ਉਹ ਘੱਟ ਨੇਗੀਆਂ। ਤਾਂ ਹੁਣ ਕੁਐਸਚਨ ਤੇ ਵਾਪਸ ਆ ਜਾਂਦੇ ਆ ਕਿ ਇਹਦਾ ਇੱਕ ਫਾਰਮੂਲਾ ਲਿਖ ਲਓ, ਲਿਖਣਾ ਜੇ ਨਹੀਂ ਆਪਾਂ ਵੈਸੇ ਤੁੱਕਾ ਮਾਰਦੇ ਆ। ਦੇਖੋ ਬੱਚਿਓ ਇਹ ਕੁਐਸਚਨ ਨੂੰ ਆਪਾਂ ਕਰਨਾ ਕਿੱਦਾਂ। ਇਸ ਕੁਐਸਚਨ ਦੇ ਵਿੱਚ ਉਹਨੇ ਕਿਹਾਗਾ ਕਿ ਪ੍ਰਤੀ ਗੇੜਿਆਂ ਦੀ ਗਿਣਤੀ ਜੋ ਕਿ N/V 8 ਹੈ, N/V 8 ਹੈ, N/V ਆ ਜਿਹੜਾ ਉਹ 8 ਆ ਬੱਚੇ। N/V 8 ਦਾ ਜੇ ਤੁਹਾਨੂੰ ਅਨੁਪਾਤ ਤੁਸੀਂ ਕੀਤਾ ਹੋਊ ਤਾਂ ਅਨੁਪਾਤ ਦੇ ਹਿਸਾਬ ਨਾਲ N ਜੇ 8 ਹੋਵੇ ਤਾਂ V ਦੀ ਵੈਲਿਊ ਪਤਾ ਕਿੰਨੀ ਹੈਗੀ? ਹੇਠਾਂ ਬਟਿਆਂ 'ਚ ਕੀ ਲਗਾ ਦਿੰਦੇ ਹੁੰਦੇ ਆਪਦੇ ਵੱਲੋਂ ਆਪਾਂ? 1। ਇਹ ਜਨਰਲ ਮੈਥ ਹੈਗਾ ਕਿ ਜੇ N 8 ਆ ਤੁਹਾਡਾ, ਇਹਦਾ ਮਤਲਬ ਕੀ ਆ? ਇਹ ਕੀ ਕਹਿੰਦੀ ਹੈ? ਇੰਨੀ ਇਕੁਏਸ਼ਨ ਬੋਲਦੀ ਦਿਖਦੀ ਹੈ ਤੁਹਾਨੂੰ ਕੁਛ? ਕੀ ਬੋਲਦੀ ਹੈ ਇਹ?
ਇਹ ਕਹਿ ਰਹੀ ਹੈ ਕਿ ਜੇ ਟਰਨਾਂ 8 ਹੋਣਗੀਆਂ, 8 ਟਰਨਾਂ ਮਿਲ ਕੇ ਵੋਲਟ ਕਿੰਨੇ ਬਣਨਗੇ? 1 ਵੋਲਟ ਬਣੂ। 8 ਟਰਨਾਂ ਮਿਲ ਕੇ 1 ਵੋਲਟ ਬਣੂਗਾ। ਜਾਂ ਫਿਰ ਕਹਿ ਲਓ 1 ਵੋਲਟ ਬਣਾਉਣ ਵਾਸਤੇ ਤੁਹਾਨੂੰ ਕਿੰਨੀਆਂ ਟਰਨਾਂ ਪਾਉਣੀਆਂ ਪੈਣਗੀਆਂ? 8 ਟਰਨਾਂ ਪਾਉਣੀਆਂ ਪੈਣਗੀਆਂ 1 ਵੋਲਟ ਬਣਾਉਣ ਵਾਸਤੇ। ਇਹਦਾ ਮਤਲਬ ਕੀ ਹੋ ਰਿਹਾ ਸਾਡੇ ਕੋਲੇ? ਜੇ ਅਸੀਂ ਵੋਲਟ ਬਣਾਉਣੀ ਹੈ, ਦੇਖੋ ਵੋਲਟ ਕਿਵੇਂ ਬਣੀ ਹੈ, ਜੇ 8 ਟਰਨਾਂ ਪਾਵਾਂਗੇ ਤਾਂ 1 ਵੋਲਟ ਬਣੂ। ਜੇ 16 ਟਰਨਾਂ ਹੋ ਜਾਣਗੀਆਂ ਕਿੰਨੇ ਵੋਲਟ ਬਣ ਜੂ? 2 ਵੋਲਟ ਬਣ ਜੂ ਨਾ। ਤਾਂ ਮਤਲਬ ਕੀ ਆ ਬੱਚੇ ਵੀ 8 ਟਰਨਾਂ ਮਿਲ ਕੇ 1 ਵੋਲਟ ਬਣ ਰਹੀ ਆ। ਤੇ ਜੇ ਮੈਂ ਕਹਾਂ ਵੀ ਵੋਲਟ ਵੱਧਦਾ ਕਿ ਟਰਨਾਂ ਵੱਧਦਾ? ਟਰਨਾਂ ਵੱਧ ਨੇ। ਕਿੰਨੇ ਗੁਣਾ ਵੱਧ ਨੇ? 8 ਗੁਣਾ ਵੱਧ। ਇਹਦਾ ਮਤਲਬ ਸਿੱਧਾ ਸਿੱਧਾ ਇਹ ਕੁਐਸਚਨ ਚੋਂ ਕੀ ਨਿਕਲ ਕੇ ਆ ਰਿਹਾ? 8 ਗੁਣਾ ਟਰਨਾਂ ਵੱਧ ਨੇ। ਮਤਲਬ ਵੋਲਟੇਜ ਦਿੱਤੀ ਹੋਈ ਆ, ਵੋਲਟੇਜ ਦਿੱਤੀ ਹੈ ਪ੍ਰਾਇਮਰੀ ਦੀ V1 ਵੋਲਟੇਜ ਦਿੱਤੀ ਹੋਈ ਆ ਕਿੰਨੀ? 110। ਕਿੰਨੀਆਂ ਟਰਨਾਂ ਬਣਨਗੀਆਂ? ਕਿੰਨੇ ਗੁਣਾ? 8 ਗੁਣਾ। ਜਿੰਨਾ ਹਾ ਦਿੱਤਾ ਹੋਇਆ 8 ਗੁਣਾ, ਤਾਂ 8 ਕੀ ਹੈਗਾ? ਇਹਨੂੰ ਕਰ ਲਓ ਜੀ 880 ਆ ਗਿਆ। ਦੇਖੋ ਸਿੱਧਾ ਫਾਰਮੂਲੇ ਦਾ ਹੋਰ ਵੀ ਕੋਈ ਹੈਗਾਗਾ, ਉਹ ਵੀ ਤੁਹਾਨੂੰ ਕਰਾ ਦੂੰ, ਪਰ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸਿਰਫ ਕਿ ਜਿਹੜਾ ਸਾਡਾ ਇਹ ਫਾਰਮੂਲਾ ਕਹਿ ਰਿਹਾ, ਉਹ ਇਹ ਕਹਿ ਰਿਹਾ ਹੈਗਾ ਕਿ 8 ਟਰਨਾਂ ਮਿਲ ਕੇ 1 ਵੋਲਟ ਬਣਦੀਆਂ ਨੇ, ਜਾਂ ਫਿਰ 1 ਵੋਲਟ ਬਣਾਉਣ ਵਾਸਤੇ 8 ਟਰਨਾਂ ਪਾਉਣੀਆਂ ਪੈਂਦੀਆਂ ਨੇ। ਵੀ 1 ਵੋਲਟ ਬਣਾਉਣ ਨੂੰ ਜੇ 8 ਲੱਗਦੀਆਂ ਨੇ, 110 ਬਣਾਉਣ ਨੂੰ ਕਿੰਨੀਆਂ ਵੋਲਟ ਟਰਨਾਂ ਲੱਗਣਗੀਆਂ? 8 ਗੁਣਾ ਵੱਧ। ਤਾਂ ਕਿੰਨੀਆਂ ਬਣ ਗਈਆਂ? 880। ਇਹਦਾ ਮਤਲਬ V1 ਦੀ ਵੈਲਿਊ ਜਿਹੜੀ ਸਾਡੀ ਕਿੰਨੀ ਆਊਗੀ? 880। ਤੇ V2 ਕਿੰਨੀਆਂ ਟਰਨਾਂ ਨੇ? 25 ਵੋਲਟ ਆ। ਤੇ 25 ਵੋਲਟ ਕਿਵੇਂ ਬਣੂਗੀ? 8 ਗੁਣਾ ਵੱਧ ਟਰਨਾਂ ਪਾਉਣੀਆਂ ਪੈਣਗੀਆਂ 25 ਵੋਲਟ ਬਣਾਉਣ ਵਾਸਤੇ। ਮਤਲਬ 25 ਨੂੰ ਵੀ ਤਾਂ ਗੁਣਾ ਕਰਨਾ ਪਊਗਾ ਜਦੋਂ ਆਪਾਂ ਕੱਢਣੀ ਹੈ V2, ਤਾਂ 25 ਨੂੰ ਵੀ ਤਾਂ ਗੁਣਾ ਕਰਨਾ ਪਊਗਾ ਨਾ 8 ਦੇ ਨਾਲ। ਤਾਂ ਕਿੰਨਾ ਆ ਗਿਆ? ਇਹ 200 ਆ ਗਿਆ, ਹਨਾ। ਤਾਂ ਇਹਦਾ ਆਨਸਰ ਰਾਜੇ ਆ ਪਿਆ ਹੈਗਾ। ਦੇਖੋ ਵੀ ਕੁਝ ਬੱਚੇ ਯਾਰ ਇਹੋ ਜਿਹੇ ਬੈਠੇ ਹੋਣਗੇ ਵੀਡੀਓ ਦੇਖਣ ਵਾਲੇ, ਜਿਹੜੇ ਪਹਿਲਾਂ ਹੀ ਬਹੁਤ ਪੜ੍ਹੇ ਲਿਖੇ ਹੋਣਗੇ, ਹਨਾ, ਬੀਟੈਕ ਕੀਤੀ ਹੋਊਗੀ ਜਾਂ ਕੁਝ ਹੋਰ ਕੀਤਾ, ਉਹਨੂੰ ਇਹ ਜਿਹੜੀਆਂ ਗੱਲਾਂ ਨੇ ਉਹ ਦੇਸੀ ਲੱਗ ਰਹੀਆਂ ਹੋਣਗੀਆਂ। ਤਾਂ ਮੈਂ ਕਲਾਸ ਨੂੰ ਨਾਲ ਲੈ ਕੇ ਚੱਲਣਾਗਾ। ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ ਕਿ ਤੁਸੀਂ ਮੈਨੂੰ ਕਲਾਸ ਤੋਂ ਬਾਅਦ ਕਹੋ ਵੀ ਇਹਨੂੰ ਇਹਦਾ ਜੀ ਦੇਸੀ ਤਰੀਕੇ ਨਾਲ ਪੜਾਉਂਦਾ, ਇਹਦਾ ਕਿਵੇਂ ਪੜਾਉਂਦਾ। ਮੈਨੂੰ ਰਿਜ਼ਲਟ ਤੋਂ ਮਤਲਬ ਆ, ਮੈਨੂੰ ਇਸ ਚੀਜ਼ ਤੋਂ ਮਤਲਬ ਆ ਕਿ ਹਰ ਉਹ ਬੱਚਾ ਜਿਹਨੂੰ ਛੱਡੇ ਨੂੰ 5 ਸਾਲ 10 ਸਾਲ ਵੀ ਹੋ ਚੁੱਕੇ ਨੇਗੇ, ਉਹ ਵੀ ਟਰਾਂਸਫਾਰਮਰ ਨੂੰ ਇੱਕ ਵੱਖਰੇ ਤਰੀਕੇ ਨਾਲ ਪੜ੍ਹੇ। ਅੱਜ ਉਹ ਵੱਖਰੇ ਤਰੀਕੇ ਨਾਲ ਪੜ੍ਹੇ, ਮਤਲਬ ਉਹ ਦਰਜਨ, ਜਿਵੇਂ ਆਪਾਂ ਦਰਜਨ ਕੇਲਿਆਂ ਦੀ ਨਹੀਂ ਹੁੰਦੀ ਹੈਗੀ ਵੀ ਇੱਕ ਦਰਜਨ ਬਣਾਉਣ ਨੂੰ ਕਿੰਨੇ ਕੇਲੇ ਚਾਹੀਦੇ? 12। ਜੇ ਮੈਂ ਕਹਾਂ ਮੈਂ 2 ਦਰਜਨਾਂ ਨੇ ਮੇਰੇ ਕੋਲ, ਇਹਦਾ ਮਤਲਬ ਕਿੰਨੇ ਕੇਲੇ ਹੋ ਗਏ? 24। ਤਾਂ ਗੁਣਾ ਤਾਂ 2 ਨਾਲ ਕਰ ਰਹੇ ਆ ਨਾ ਆਪਾਂ। ਤਾਂ ਉਹੀ ਕੁਛ ਇੱਥੇ ਸੀਗਾ ਬੱਚੇ। ਚਲੋ ਮੇਰੇ ਖਿਆਲ ਸਮਝ ਆ ਗਿਆ ਹੋਊਗਾ। ਜਦੋਂ ਬਾਕੀ ਸਮਝ ਉਦੋਂ ਆ ਜਦੋਂ ਜੇ ਆਪਾਂ ਪ੍ਰੋਪਰ ਟਰਾਂਸਫਾਰਮਰ ਨੂੰ ਆਪਾਂ ਜਦੋਂ 10 ਲੈਕਚਰ 10 ਘੰਟੇ ਦਿੱਤੇ ਨਾ ਟਰਾਂਸਫਾਰਮਰ ਨੂੰ, ਤਾਂ ਇਹੋ ਜਿਹੇ ਕੁਐਸਚਨ ਤਾਂ ਅੱਗੇ ਪਿੱਛੇ ਭੱਜੇ ਫਿਰਨਗੇ। ਆ ਲਓ ਜੀ, ਇੱਕ ਡੀਸੀ ਜਨਰੇਟਰ ਦੀ ਬਿਜਲੀ ਸਮਰੱਥਾ ਜਿਹੜੀ 80% ਆ, ਸਮਰੱਥਾ ਹੁੰਦੀ ਹੈ ਕਿ ਕੰਮ ਕਰਨ ਵੀ ਉਹਦੇ ਵਿੱਚ ਕਿੰਨੀ ਕੁ ਕਾਰਜ ਕੁਸ਼ਲਤਾ ਕਿੰਨੀ ਕੁ ਹੈਗੀ, ਉਹਨੂੰ ਸਮਰੱਥਾ ਕਹਿੰਦੇ ਆ। ਵੀ ਜਿਹੜਾ ਬਿਜਲੀ ਪੈਦਾ ਕਰਦੀ ਆ ਉਹ ਬਿਜਲੀ 80% ਬਿਜਲੀ ਬਾਹਰ ਆਉਂਦੀ ਹੈ, 20% ਬਿਜਲੀ ਉਹਦੇ ਅੰਦਰ ਲਾਸ ਹੋ ਜਾਂਦੀ ਹੈ। ਤੇ ਯਾਂਤਰਿਕ ਦਾ ਮਤਲਬ ਨਾ ਮਕੈਨੀਕਲ ਊਰਜਾ, ਉਹ 70% ਆ ਗਈ ਸਮਰੱਥਾ ਜਿਹੜੀ। ਤੇ ਉਹਦੀ ਸਮੁੱਚੀ ਪਤਾ ਕਰਨੀ ਹੈ ਕਿ ਸਮੁੱਚੀ ਸਮਰੱਥਾ ਕਿੰਨੀ ਹੋਏਗੀ। ਇਹਦੇ ਵਾਸਤੇ ਤੁਹਾਨੂੰ ਫਾਰਮੂਲਾ ਆਉਣਾ ਚਾਹੀਦਾ ਕਿ ਜਿਹੜੀ ਸਮੁੱਚੀ ਸਮਰੱਥਾ ਹੁੰਦੀ ਹੈਗੀ ਉਹ ਬਰਾਬਰ ਹੁੰਦੀ ਹੈਗੀ ਬਿਜਲੀ ਵਾਲੀ ਜਿਹੜੀ ਸਮਰੱਥਾ ਉਹਦੇ, ਤੇ ਗੁਣਾ ਕਰਨਾ ਹੈਗਾ ਅਸੀਂ ਉਹਨੂੰ ਬਿਜਲੀ ਸਮਰੱਥਾ ਨੂੰ ਕੀ ਨਾਲ ਗੁਣਾ ਕਰਨਾ? ਯੰਤਰਿਕ ਨਾਲ। ਇਹਨਾਂ ਦੋਨਾਂ ਨੂੰ ਗੁਣਾ ਕਰ ਦਿਓ, ਤੁਹਾਡਾ ਆਨਸਰ ਆ ਜਾਊਗਾ। ਬਿਜਲੀ ਦੀ ਕਿੰਨੀ ਦਿੱਤੀ ਹੋਈ ਹੈਗੀ? 80 ਕਰ ਲਓ ਗੁਣਾ 70 ਕਰਕੇ ਦੇਖ ਲਓ ਜੀ ਕਿੰਨਾ ਆਉਂਦਾ ਹੈਗਾ। 7 8 56, 2 0 ਆ। ਪਰਸੈਂਟੇਜ ਹਟਾਉਣ ਵਾਸਤੇ ਕੀ ਕਰਨਾ ਪਊ? 0 ਹਟਾਉਣੀਆਂ ਪੈਣਗੀਆਂ। ਤਾਂ ਕਿੰਨਾ ਆ ਗਿਆ ਸਾਡੀ ਵੈਲਿਊ 56 ਦੇਖਣਾ ਸੀ ਇਕੱਲਾ। ਆ ਲਓ, ਕਦੇ ਵੀ ਜਿਹੜੀ ਇਹ ਪਰਸੈਂਟੇਜ ਆ 100 ਤੋਂ ਵੱਧ ਨਹੀਂ ਆਉਂਦੀ ਹੁੰਦੀ ਹੈਗੀ। ਐਫੀਸ਼ੀਐਂਸੀ ਕਿਸੇ ਚੀਜ਼ ਦੀ 100 ਤੋਂ ਵੱਧ ਨਹੀਂ ਹੁੰਦੀ। 110 ਐਫੀਸ਼ੀਐਂਸੀ ਹੋਣ ਦਾ ਮਤਲਬ ਪਤਾ ਕੀ ਆ? ਵੀ ਤੁਸੀਂ ਪੈਟਰੋਲ ਪਵਾਇਆ 10 ਰੁਪਏ, ਮਤਲਬ 100 ਰੁਪਏ ਦਾ, ਤੇ ਚੱਲਿਆ ਕਿੰਨਾ? 110 ਦੇ ਹਿਸਾਬ ਨਾਲ ਚੱਲ ਗਿਆ। ਵੀ ਆਪਦੀ ਵੈਲਿਊ ਤੋਂ 10% ਉਹਨੇ ਵੱਧ ਕੁਛ ਨਾ ਕੁਛ ਦੇਤਾ। ਫਿਰ ਏਦਾਂ ਹੋਇਆ ਵੀ 10 ਰੁਪਏ ਦੀ ਚੀਜ਼ ਲੈਣ ਜਾਓ ਤੇ ਤੁਹਾਨੂੰ ਜਿਹੜਾ ਬਾਣੀ ਹੈਗਾ ਤੁਹਾਨੂੰ 11 ਰੁਪਏ ਦੀ ਚੀਜ਼ ਦੇ ਦੇਵੇ ਕੋਈ ਸ਼ਾਪਕੀਪਰ। ਤੁਹਾਡੇ ਜੇਬ 'ਚ ਹੈਗੇ 100 ਰੁਪਏ ਤੇ ਤੁਹਾਨੂੰ 110 ਰੁਪਏ ਦੀ ਚੀਜ਼ ਦੇ ਕੇ ਮੋੜੇ। ਏਦਾਂ ਹੋ ਸਕਦਾ? ਨਹੀਂ ਹੋ ਸਕਦਾ। ਇਹਨੂੰ ਕਹਿੰਦੇ ਆ ਐਫੀਸ਼ੀਐਂਸੀ ਮੋਰ ਦੈਨ 100%, ਜਿਹੜੀ ਕਿ ਨਹੀਂ ਹੁੰਦੀ। ਓਕੇ ਜੀ। ਅਗਲੇ ਕੁਐਸਚਨ 'ਚ ਕਹਿੰਦਾ ਸਿਨੋਸੋਇਡਲ ਕਰੰਟ। ਜਦੋਂ ਸਿਨੋਸੋਇਡਲ ਕਿਹਾ ਉਹ ਯਾਦ ਆ ਗਿਆ ਤੁਹਾਨੂੰ, ਜਿਹੜੀ ਉਹ ਵੇਵ ਜੀ ਬਣਾਈ ਸੀ ਆਪਾਂ ਏਸੀ ਵਾਲੀ। ਦੇਖੋ ਉਹੀ ਕੁਐਸਚਨ ਜਾਂ ਫੇਰ ਘੁੰਮੂਗਾ ਇਹ, ਉਹਦੇ ਬਾਰੇ ਪੁੱਛਿਆ ਗਿਆ ਹੈਗਾ। ਜੇ ਤੁਹਾਨੂੰ ਆਹ ਸਿਨੋਸੋਇਡਲ ਵਾਸਤੇ ਅੱਧਾ ਘੰਟਾ ਪੜ੍ਹਾਤਾ ਨਾ, ਫਿਰ ਇਹੋ ਜਿਹੇ ਕੁਐਸਚਨ ਕਿੰਨੇ ਮਰਜ਼ੀ ਬਣਾਈ ਜਾਵੇ, ਉਹ ਕੁਝ ਨਹੀਂ ਆਉਣਾ ਹੈਗਾ ਤੁਹਾਡਾ। ਉਹ ਕਹਿੰਦਾ ਸਿਨੋਸੋਇਡਲ ਕਰੰਟ ਦਾ ਅਧਿਕਤਮ ਮੁੱਲ ਆ ਜਿਹੜਾ ਉਹ 10 ਆ, ਮਤਲਬ ਆਹ ਵਾਲਾ ਇੱਥੋਂ ਲੈ ਕੇ ਆਹ 10 ਆ। ਕਹਿੰਦਾ ਇੱਥੇ ਜਿਹੜੀ ਵੈਲਿਊ ਇਹਦੀ ਉਹ 10 ਆ ਗਈ। ਜੇ ਕਰੰਟ ਕਿਹਾ ਤਾਂ ਅੰਪੇਅਰ ਲਾ ਲਓ, ਜੇ ਉਹਨੇ ਵੋਲਟ ਕਹੀ ਹੁੰਦੀ ਤਾਂ ਵੋਲਟ ਲਾ ਲੈਂਦੇ।
ਉਹਨੇ ਪ੍ਰਭਾਵਸ਼ਾਲੀ ਮੁੱਲ ਪੁੱਛਿਆ ਹੈਗਾ। ਪ੍ਰਭਾਵਸ਼ਾਲੀ ਹੁੰਦਾ ਹੈਗਾ ਆਰਐਮਐਸ ਵੈਲਿਊ, ਇੰਗਲਿਸ਼ ਚ ਉਹਨੂੰ ਕਹਿੰਦੇ ਆ ਆਰਐਮਐਸ। ਇਹ ਹੁੰਦੀ ਹੈਗੀ ਜਿਹੜੀ ਵੀ ਤੁਹਾਨੂੰ ਵੈਲਿਊ ਦਿੱਤੀ ਹੈ ਨਾ 70.7% ਕਰਨਾ ਹੁੰਦਾ ਹੈ, 70.7% ਕਰਨਾ ਹੁੰਦਾ ਇਹਦਾ। ਤੇ ਇੱਥੋਂ ਸਾਡੇ ਕੋਲੇ ਉਹਦੀ ਪ੍ਰਭਾਵਸ਼ਾਲੀ ਵੈਲਿਊ ਆ ਜਾਂਦੀ ਹੁੰਦੀ ਆ, ਜਾਂ ਫਿਰ ਆਰਐਮਐਸ ਵੈਲਿਊ ਆ ਜਾਂਦੀ ਹੁੰਦੀ ਆ। ਇਹਦਾ 70% ਕਰਾਂਗੇ, 10 ਦਾ 70% ਕਿੰਨਾ ਹੋਊਗਾ? 7 ਐਂਪੀਅਰ ਹੋਊਗਾ। ਤਾਂ ਆਨਸਰ ਇਹ ਆ ਗਿਆ। ਬਹੁਤੇ ਪੜ੍ਹਿਆ ਲਿਖਿਆ ਵਾਸਤੇ ਫਾਰਮੂਲਾ ਲਿਖ ਦਿੰਦਾ ਮੈਂ। ਆਰਐਮਐਸ ਵੈਲਿਊ ਦਾ ਜਿਹੜਾ ਫਾਰਮੂਲਾ ਹੁੰਦਾ ਹੈਗਾ ਉਹ ਹੁੰਦਾ ਹੈਗਾ ਬੱਚੇ ਮੈਕਸਿਮਮ ਵੈਲਿਊ ਡਿਵਾਈਡ ਬਾਏ √2, ਜਾਂ ਫਿਰ 0.707 ਮਲਟੀਪਲਾਈ ਬਾਏ ਆਰਐਮਐਸ ਵੈਲਿਊ, ਮੈਕਸਿਮਮ ਵੈਲਿਊ। ਠੀਕ ਹੈ ਜੀ। ਤੇ ਮੈਕਸਿਮਮ ਵੈਲਿਊ ਨੂੰ ਜਦੋਂ ਆਪਾਂ 0.707 ਨਾਲ ਮਲਟੀਪਲਾਈ ਕਰਾਂਗੇ ਨਾ ਤਾਂ ਸਾਡੇ ਕੋਲੇ ਕੀ ਆ ਜਾਊਗਾ ਬੱਚੇ? ਉਹ ਇਹਨੂੰ 70% ਕਰਨਾ ਪਊਗਾ ਨਾ। ਜਾਂ ਇੱਥੇ ਪੁਆਇੰਟ ਲਾ ਲਓ, ਇੱਥੇ ਲੱਗੂ ਪੁਆਇੰਟ ਇਹਦਾ ਪੁਆਇੰਟ ਆ ਜਿਹੜਾ ਇੱਥੇ ਲੱਗੂਗਾ ਬੱਚੇ, ਇੱਥੇ ਗੁਣਾਂਗੇ ਸਾਡੀ 0.707 ਗੁਣਾ ਕਰਨਾਗਾ 10 ਦੇ ਨਾਲ। ਜੇ ਕੀ ਕੱਢਣਾ ਸੀ? ਪ੍ਰਭਾਵਸ਼ਾਲੀ ਵੈਲਿਊ ਕੱਢਣੀ ਆ। ਜੇ ਮੰਨ ਲਓ ਸਾਨੂੰ ਪ੍ਰਭਾਵਸ਼ਾਲੀ ਦਿੱਤੀ ਹੋਵੇ, ਮੰਨ ਲਓ ਆਹ ਦਿੱਤਾ ਹੋਵੇ ਸਾਨੂੰ ਦਿੱਤਾ ਹੋਵੇ ਆਰਐਮਐਸ, ਤਾਂ ਆਰਐਮਐਸ ਤੋਂ ਮੈਕਸਿਮਮ ਬਣਾਉਣੀ ਹੋਵੇ ਤਾਂ ਆਹ ਰੂਟ ਤੋਂ ਇੱਧਰ ਆ ਜਾਊਗਾ। ਮਤਲਬ ਕੀ ਹੈਗਾ, ਜੇ ਸਾਨੂੰ ਕਦੇ ਵੀ ਅਧਿਕਤਮ ਵੈਲਿਊ ਪੁੱਛ ਲਵੇ ਉਹ ਅਸੀਂ ਕਿਵੇਂ ਕੱਢਣੀ ਆ? √ ਤੋਂ ਗੁਣਾ ਕਰ ਦੇਣਾ ਕਿਹਦੇ ਨਾਲ? ਆਰਐਮਐਸ ਵੈਲਿਊ ਨਾਲ। ਇਹ ਵੀ ਗੱਲ ਯਾਦ ਰੱਖ ਲਿਓ, ਠੀਕ ਹੈ ਜੀ। ਚਲੋ ਅਗਲੀ 10 ਕੁਐਸਚਨ ਹੋ ਗਏ ਨੇ ਮੇਰੇ ਹਿਸਾਬ ਨਾਲ, ਕਾਫੀ ਲੰਬੀ ਨਾ ਹੋ ਜੇ ਵੀਡੀਓ, ਤਾਂ ਆਪਾਂ ਇੱਥੇ ਇਹਨੂੰ ਖਤਮ ਕਰ ਦਿਆਂਗੇ। ਅਗਲੀ ਵੀਡੀਓ ਦੇ ਵਿੱਚ ਜਿਹੜੇ ਬਾਕੀ ਰਹਿੰਦੇ ਕੁਐਸਚਨ ਹੈਗੇ 10-15 ਕੁਐਸਚਨ ਅਗਲੀ ਰਹਿੰਦੀ ਵੀਡੀਓ ਦੇ ਵਿੱਚ ਕਰਵਾਵਾਂਗੇ, ਠੀਕ ਹੈ ਜੀ। ਤਾਂ ਬਾਕੀ ਜਿਹੜੇ ਕੁਐਸਚਨ ਆ ਗਏ ਤੇ ਨਾਲ ਦੇ ਜਿਹੜੇ ਟੌਪਿਕ ਨੇਗੇ, ਮੇਰੇ ਕੋਲ ਨਾ ਇੱਕ WhatsApp ਗਰੁੱਪ ਬਣਾਇਆ ਹੋਇਆ ਹੈਗਾ ਬਾਲਾਜੀ ਐਜੂਕੇਸ਼ਨ ਪੁਆਇੰਟ ਵੱਲੋਂ। ਜਿਹੜੇ ਤੁਹਾਨੂੰ ਆਹ ਨੰਬਰ ਥਾਂ ਤੇ ਦਿਖ ਰਹੇ ਨੇ, ਇਹ ਨੰਬਰਾਂ ਦੇ ਉੱਪਰ ਨਾ ਕੰਟੈਕਟ ਕਰ ਸਕਦੇ ਹੋ ਤੁਸੀਂ। ਜਿਹੜੇ ਇਹ ਨੰਬਰ ਨੇ ਨਾ ਤੁਹਾਡੇ 2 ਦਿੱਤੇ ਹੋਏ ਨੇਗੇ, ਇਹਨਾਂ ਨੰਬਰਾਂ ਦੇ ਉੱਪਰ ਕੰਟੈਕਟ ਕਰੋ ਸਾਨੂੰ। ਅਸੀਂ ਲਿਖ ਕੇ ਭੇਜੋ ਕਿ ਵੀ ਵਾਂਟ ਟੂ ਜੁਆਇਨ ALM ਕੋਰਸ। ਤੁਸੀਂ ਇੱਕ ਵਾਰੀ WhatsApp ਦੇ ਉੱਪਰ ਮੈਸੇਜ ਭੇਜੋ, ਅਸੀਂ ਤੁਹਾਨੂੰ ਕੁਝ ਕੁ ਫ੍ਰੀ ਵੀਡੀਓਜ਼ ਵੀ ਦੇਵਾਂਗੇ ਤੇ ਨਾਲ ਜਿਹੜਾ ਕੋਰਸ ਆ ਪੂਰੇ ਦਾ ਪੂਰਾ ਲਾਈਵ ਅਸੀਂ ਕਲਾਸਾਂ ਲਗਾਉਣ ਲੱਗੇ ਆ ਪੂਰੇ ਕੋਰਸ ਦੀਆਂ। ਪਹਿਲੀ ਵਾਰੀ ਪੰਜਾਬੀ ਦੇ ਵਿੱਚ ਕੋਈ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਕੋਰਸ ਪ੍ਰੋਵਾਈਡ ਕਰਵਾ ਰਿਹਾ ਤੁਹਾਨੂੰ ਪੰਜਾਬ ਦੇ ਅੰਦਰ। ਤਾਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਇੱਕ ਵਾਰੀ ਇਹ ਜੁਆਇਨ ਕਰੋ, ਤੇ ਵੀਡੀਓ ਜੇ ਅੱਛੀ ਲੱਗੀ ਤਾਂ ਇਹਨੂੰ ਸਬਸਕ੍ਰਾਈਬ ਕਰ ਲਿਓ ਸਾਡੇ ਚੈਨਲ ਨੂੰ ਵੀ, ਤੇ ਸਾਡੀ ਜਿਹੜੀ ਵੀਡੀਓ ਹੈਗੀ ਇਹਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਆਪਣੇ ਫਰੈਂਡ ਦੇ ਨਾਲ, ਤਾਂ ਕਿ ਕੁਝ ਨਹੀਂ ਪਤਾ ਹੁੰਦਾ ਕਿਹੜਾ ਕੁਐਸਚਨ ਤੁਹਾਨੂੰ 21 ਨੰਬਰਾਂ ਦੇ ਨਾਲ ਬੱਚੇ ਲੱਗੇ ਨੇ ਇਸ ਵਾਰੀ 21 ਨੰਬਰਾਂ ਦੇ ਨਾਲ, ਤਾਂ ਕਿਹੜਾ ਕੁਐਸਚਨ ਸਾਨੂੰ ਕਿੱਥੇ ਹੈਲਪ ਕਰ ਦੂ ਸਾਨੂੰ ਕੁਝ ਨਹੀਂ ਪਤਾ ਹੁੰਦਾ। ਚਲੋ ਠੀਕ ਹੈ ਜੀ, ਧੰਨਵਾਦ, ਥੈਂਕ ਯੂ ਵੈਰੀ ਮਚ।